ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਨਜ਼ਰ। OPD ਦਾ ਕੀਤਾ ਉਦਘਾਟਨ, ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ। ਪਲਾਂਟ ਬੰਦ ਹੋਣ ਕਰਕੇ ਆ ਰਹੀ ਬਿਜਲੀ ਦੀ ਸਮੱਸਿਆ, ਬਿਜਲੀ ਡੈਮ ਤੇ ਕੰਮ ਕਰਦੇ 2 ਮਜ਼ਦੂਰਾਂ ਦੀ ਮੌਤ, ਗੇਜਾ ਰਾਮ ਦੀ ਅਗਵਾਈ 'ਚ ਹੋਈ ਬੈਠਕ, ਕਰਪਸ਼ਨ ਖਤਮ ਕਰਨ ਲਈ ਹੋਈ ਮੀਟਿੰਗ, ਮਾਂ ਭਗਵਤੀ ਸੇਵਾ ਦਲ ਵੱਲੋਂ ਸ਼ੋਭਾ ਯਾਤਰਾ, ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ, ਅਕਾਲੀ ਦਲ ਦੇ ਆਗੂ ਦੇ ਖੇਤਾਂ ਨੂੰ ਲੱਗੀ ਅੱਗ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਸਾਹਿਬ ਨੇ ਬਕਾਇਦਾ ਤੌਰ ਤੇ OPD ਦਾ ਉਦਘਾਟਨ ਕੀਤਾ ਹੈ। OPD ਦੇ ਨਾਲ, ਇਸ ਉਦਘਾਟਨ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਨੂੰ, ਖਾਸ ਕਰਕੇ ਉਹ ਮਰੀਜ਼ ਜਿਹੜੇ ਕਿ ਦੂਰੋਂ ਪਾਰੋਂ ਆਉਂਦੇ ਆ, ਹੁਣ ਉਹਨਾਂ ਦਾ ਇਲਾਜ ਬੜੀ ਆਸਾਨੀ ਨਾਲ ਇੱਥੇ ਹੋਵੇਗਾ। ਵੇਖੋ ਪੂਰੀ ਖਬਰ। ਅੱਜ ਅਸੀਂ OPD ਦਾ ਇੱਥੇ ਉਦਘਾਟਨ ਕੀਤਾ ਹੈ ਰਸਮੀ ਤੌਰ ਤੇ। ਸਾਡੇ ਮਾਨਯੋਗ DC ਸਾਹਿਬ, SDM ਸਾਹਿਬ ਤੇ CMO ਸਾਹਿਬ, SMO ਸਾਹਿਬ, ਸਾਰੇ ਸਟਾਫ ਤੇ ਸਾਡੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ। ਇਹ 9 ਕਰੋੜ ਤੋਂ ਉੱਪਰ, 9.5 ਕਰੋੜ ਦੇ ਕਰੀਬ ਬਿਲਡਿੰਗ ਜਿਹੜੀ ਹੈ ਪੂਰਾ ਤਿਆਰ ਹੋ ਰਹੀ ਹੈ। ਗਰਾਊਂਡ ਫਲੋਰ ਅੱਜ ਸਾਨੂੰ ਸਬਮਿਟ ਕਰਵਾਤਾ ਇਹਨਾਂ ਨੇ, ਸਾਡੇ ਕੋਲ ਅਸੀਂ ਪੋਜੀਸ਼ਨ ਲੈ ਲਿਆ ਸਾਡੇ ਸਤਿਕਾਰਯੋਗ CMO ਸਾਹਿਬ ਨੇ। ਤੇ ਫਸਟ ਫਲੋਰ ਤੇ ਸੈਕੰਡ ਫਲੋਰ ਵਿਦਿਨ 2 ਮੰਥਸ ਉਹ ਵੀ ਜਿਹੜਾ ਹੈਂਡਓਵਰ ਸਾਨੂੰ ਇਹ ਕਰ ਦੇਣਗੇ। ਠੇਕੇਦਾਰ ਨੂੰ ਅਸੀਂ ਲਿਖਤੀ ਰੂਪ ਵਿੱਚ ਉਹ ਤੋਂ ਲਿਆ ਕਿਉਂਕਿ ਕੰਮ ਡਿਲੇ ਹੋ ਰਿਹਾ ਸੀ। ਇਹ ਬਹੁਤ ਵਧੀਆ ਲੋਕਾਂ ਨੂੰ ਸਹੂਲਤ ਮਿਲੂਗੀ ਇਹਦੇ ਨਾਲ। ਤੁਸੀਂ ਦੇਖਿਆ ਸਾਡੇ ਜਿਹੜੇ ਲੋਕ ਸੀ, ਸਾਡੀਆਂ ਮਾਵਾਂ ਭੈਣਾਂ, ਉਹ ਬਾਹਰ ਲਾਈਨਾਂ ਦੇ ਵਿੱਚ ਖੜ੍ਹਦੀਆਂ ਸੀ। ਅੱਜ ਤੁਸੀਂ ਦੇਖਿਆ ਕਿ ਉਹਨਾਂ ਨੂੰ ਇੱਥੇ ਸਾਰਾ ਕੁਝ ਫੈਸਿਲਿਟੀ ਅਵੇਲੇਬਲ ਹੈ, ਚਾਹੇ ਉਹ ਬੈਠਣ ਦੀ ਸੁਵਿਧਾ ਹੋਵੇ, ਚਾਹੇ ਪੱਖੇ ਹਵਾ ਦੀ ਸੁਵਿਧਾ ਹੋਵੇ, ਪੱਖੇ ਲੱਗੇ ਨੇ। ਤੇ ਬਹੁਤ ਵਧੀਆ ਜਿਹੜਾ ਇਹ ਸਿਸਟਮ ਬਣ ਗਿਆ ਸਾਡਾ ਉਰੇ, ਤੇ ਲੋਕਾਂ ਨੂੰ ਬਹੁਤ ਸੁਵਿਧਾ ਮਿਲੂਗੀ। ਮੈਂ ਸਮਝਦਾ ਜਿਹੜੀ ਬਹੁਤ ਲੋੜ ਸੀ ਡਿਸਟ੍ਰਿਕਟ ਦੇ ਵਿੱਚ ਸਾਡੇ, ਤੇ ਮੈਂ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਲੋਕਾਂ ਦੀ ਜਿਹੜੀ ਮੰਗ ਨੂੰ ਪੂਰੇ ਕਰਦੇ ਹੋਏ ਇਹ ਅੱਜ ਅਸੀਂ OPD ਇੱਥੇ ਸਟਾਰਟ ਕੀਤੀ। ਖਬਰ ਲੈਂਦੇ ਆ ਫਾਜ਼ਿਲਕਾ ਤੋਂ। ਲੋਕਾਂ ਨੇ ਥਾਣੇ ਨੂੰ ਇਸ ਕਰਕੇ ਘੇਰਿਆ ਹੈ, ਕਿਤੇ ਨਾ ਕਿਤੇ ਪਲਾਟਾਂ ਦੀ ਵੰਡ ਨੂੰ ਲੈ ਕੇ ਕੋਈ ਮਾਮਲਾ ਖੜਾ ਹੋਇਆ ਹੈ ਤੇ ਲੋਕਾਂ ਦੀ ਨਾਰਾਜ਼ਗੀ ਜਿਹੜੀ ਹੈ ਉਹ ਫੁੱਟ ਕੇ ਸਾਹਮਣੇ ਆਈ ਹੈ। ਔਰ ਇਸ ਦੌਰਾਨ ਉਹਨਾਂ ਨੇ ਆਪਣੇ ਵਿਚਾਰ ਵੀ ਪ੍ਰਗਟਾਏ ਨੇ ਕਿ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਹੋਇਆ ਹੈ। ਵੇਖੋ ਪੂਰੀ ਖਬਰ। ਬਾਹਰ ਦੇ ਪਲਾਟ ਵੰਡੇ ਗਏ ਸੀ ਸਾਡੇ ਗੁਰਮੀਤ ਸਰਪੰਚ ਨੇ, ਤੇ ਅਸੀਂ ਆਪਣਾ ਹੱਕ ਲੈਣ ਗਏ ਉੱਥੇ ਗਏ। ਤੇ ਉੱਥੇ ਜਾ ਕੇ ਮੈਨੂੰ ਪਲਾਟ ਕਹਿੰਦੇ ਬੈਠ ਜਾਓ, ਬੈਠੇ ਉੱਥੇ। ਮੇਰੇ ਭਰਾ ਨੂੰ ਵੀ ਦਿੱਤਾ ਸੀ ਪਲਾਟ ਉਹਨਾਂ ਨੇ, ਤੇ ਬਾਕੀ ਸਾਰਿਆਂ ਨੂੰ ਵੀ ਦਿੱਤਾ ਸੀ। ਤੇ ਬਾਕੀ ਮੇਰੇ ਨਾਂ ਨਹੀਂ ਆਇਆ ਜਦੋਂ ਮੈਂ ਮੰਗਿਆ। ਤੇ ਉਹਨੇ ਬਾਹਰ ਦਾ ਸਰਪੰਚ ਸੀ ਕਾਵਾਂ ਵਾਲੇ ਦਾ, ਉਹਨੇ ਮੇਰਾ ਹੱਥ ਬਾਹਰ ਫੜ ਕੇ ਮੇਰੇ ਇੱਧਰ ਕਰਕੇ ਚਪੇਟ ਮਾਰੀ, ਚਪੇਟ ਮਾਰ ਕੇ ਫਿਰ ਸਰਪੰਚ ਵੱਲੇ ਗਿਆ। ਉੱਧਰ ਤੋਂ ਡਾਂਗੀ ਲੈ ਕੇ 2-4-10 ਬੰਦੇ ਹੋਰ ਵੀ ਸੀ ਉਹਨਾਂ ਨਾਲ, ਬਹੁਤ ਬੰਦੇ ਸੀ ਉਹਨਾਂ ਨਾਲ, ਬਾਹਰ ਦੇ ਬੰਦੇ ਸੀ। ਉਹਨਾਂ ਨੇ ਆ ਕੇ ਫਿਰ ਉਹ ਮੇਰੇ ਭਰਾ ਨੂੰ ਧੱਕੇਸ਼ਾਹੀ ਕੀਤੀ, ਉਹਨਾਂ ਨੇ ਮਾਰਿਆ ਮੇਰੇ ਭਰਾ ਨੂੰ। ਫਿਰ ਗੁਰਮੀਤ ਸਰਪੰਚ ਕਹਿੰਦਾ ਇਹਨਾਂ ਨੂੰ ਮਾਰੋ। ਫਿਰ ਅਸੀਂ ਆਏ ਥਾਣੇ, MLA ਸਾਹਿਬ ਨੂੰ ਮਿਲੇ, ਉੱਥੇ ਵੀ ਵੱਡੇ DC ਕੋਲ ਵੀ ਗਏ। ਸਾਰੇ ਪਾਸੇ ਦਰਖਾਸਤਾਂ ਦਿੱਤੇ, ਸਾਡਾ ਕੁਛ ਵੀ ਇਨਸਾਫ ਨਹੀਂ ਹੋਇਆ, ਨਾ ਸਾਡੀ ਕੋਈ ਕਾਰਵਾਈ ਕੀਤੀ। ਹੱਥ ਮੰਗਿਆ ਇਸ ਵਜ੍ਹਾ ਨਾਲ ਬਾਹਰ ਦੇ ਸਰਪੰਚ ਨੇ ਮਾਰਿਆ, ਇਹ ਕੁਛ ਵੀ ਨਹੀਂ ਹੋਇਆ, ਉਹਨਾਂ ਨੇ ਐਵੇਂ ਮਾਰਿਆ। ਤੇ ਭਰਾ ਨੂੰ ਧੱਕੇ ਵੀ ਦਿੱਤੇ, ਤੇ ਦੀਦੀ ਉੱਪਰ ਬੈਠੇ ਆ ਉਹਨਾਂ ਨੂੰ ਵੀ ਧੱਕੇ ਦਿੱਤੇ ਗਏ। ਬਹੁਤ ਲੋਕਾਂ ਨੂੰ ਧੱਕੇ ਦਿੱਤੇ ਆ, ਜਿਹੜੀਆਂ ਬੈਠੀਆਂ ਨੇ ਉਹਨਾਂ ਨੂੰ ਵੀ ਧੱਕੇ ਦਿੱਤੇ ਗਏ। ਤੇ ਬਹੁਤ ਲੋਕ 120 ਪਲਾਟ ਕੱਟਿਆ ਸੀ ਉਹਨਾਂ ਨੇ। ਤੇ ਉਹ ਕਹਿੰਦੇ ਸਰਕਾਰੀ 5-5 ਮਰਲੇ ਜਿਹੜੇ ਸਰਕਾਰ ਤਰਫੋਂ ਉਹ ਕਹਿੰਦੇ ਆ, ਪਰ ਲੇਕਿਨ ਸਰਕਾਰ ਕਹਿੰਦੇ ਅਸੀਂ ਕੋਈ ਨਹੀਂ ਦਿੱਤਾ ਹੈਗਾ, ਅਸੀਂ ਪਟਵਾਰੀ ਕੋਲ ਵੀ ਸਾਰੇ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਕੋਈ ਤਾਂ ਅਸੀਂ ਕਿਹਾ ਨਹੀਂ ਕਿ ਬੰਦੇ ਮਾਰਨੇ ਪੰਜਾਬੀ ਹਾਂ ਹੈਗੇ 50-60 ਬੰਦੇ ਹੈਗੇ, ਉਹਨਾਂ ਨੂੰ ਨਹੀਂ ਮਿਲੇ। ਕਿਰਾਏ ਤੇ ਰਹਿੰਦੇ ਆ ਉਹ ਵਿਚਾਰੇ ਗਰੀਬ, ਜਿਨ੍ਹਾਂ ਕੋਲ ਹੈਗੇ ਆ ਜਿਹੜੇ ਅਫਸਰ ਲੱਗੇ ਉਹਨਾਂ ਨੂੰ ਮਿਲੀ ਜਾਂਦੇ ਪਲਾਟ। 2-2 3-3 ਪਲਾਟ ਮਿਲੇ ਆ ਉਹਨਾਂ ਨੂੰ। ਜਿੱਥੇ ਵੀ ਬੈਠੇ ਕਈਆਂ ਨੂੰ ਮਿਲੇ, ਉਹ ਵੀ ਮੇਰੇ ਨਾਲ ਲੱਗੇ ਆ। ਸਰਪੰਚ ਨੇ ਖੁਦ ਬੁਲਾ ਕੇ ਮਰਵਾਇਆ, ਉਹ ਕਹਿੰਦੇ ਮਾਰੋ, ਇਨਸਾਫ ਮਿਲਣਾ ਚਾਹੀਦਾ ਮੈਨੂੰ। ਖਬਰ ਲੈਂਦੇ ਆ ਗੁਰਦਾਸਪੁਰ ਤੋਂ। ਪਲਾਂਟ ਬੰਦ ਹੋਣ ਕਰਕੇ ਹੀ ਬਿਜਲੀ ਦੀ ਸਮੱਸਿਆ ਆ ਰਹੀ ਹੈ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਲੇਕਿਨ ਕਿਤੇ ਨਾ ਕਿਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜੀ ਇਹ ਸਮੱਸਿਆ ਆ ਰਹੀ ਹੈ, ਖਾਸ ਕਰਕੇ ਬਿਜਲੀ ਦੀ, ਉਸ ਤੋਂ ਲੋਕ ਕਾਫੀ ਪਰੇਸ਼ਾਨ ਨੇ। ਵੇਖੋ ਪੂਰੀ ਖਬਰ। ਇਹ ਜਿਹੜੇ ਇੱਦਾਂ ਹੀ ਫਾइनेंस कमीशन से 382 करोड़ का देता,
ਨੈਸ਼ਨਲ ਹੈਲਥ ਮਿਸ਼ਨ 'ਚ 30 ਕਰੋੜ ਰੁਪਏ ਦਿੱਤਾ। ਇੱਦਾਂ ਹੀ ਜਿਹੜੀ ਫੂਡ ਸਿਕਿਉਰਿਟੀ ਐਕਟ 'ਚ ਕੋਈ 200 ਕਰੋੜ ਰੁਪਏ ਦੀ ਕਣਕ ਅਸੀਂ ਵੰਡੀ ਹੈ। ਟੋਟਲ 1150 ਕਰੋੜ ਰੁਪਏ ਬਣਦਾ ਹੈ। ਸਾਰੀਆਂ ਸਕੀਮਾਂ ਨੂੰ ਅਸੀਂ ਰਿਵਿਊ ਕੀਤਾ ਮੈਨਿਊਟਰੀ, ਔਰ ਇਹ ਵੀ ਦੱਸਿਆ ਵੀ ਅੱਗੇ ਨੂੰ ਜਿਹੜਾ ਕਿ ਹੋਰ ਇੰਪਰੂਵ ਕਰੀਏ, ਜਿੱਥੇ ਤੇ ਕੰਮ ਢਿੱਲਾ ਹੈ ਉਹਨੂੰ ਇੰਪਰੂਵ ਕਰਨ ਦੀ ਵੀ ਲੋੜ ਹੈ, ਉਹ ਉਹਨਾਂ ਨੂੰ ਦੱਸਿਆ। ਔਰ ਇਹਦੇ ਵਿੱਚ ਸਾਰੇ ਜੋ ਜਿੱਥੇ ਜਿੱਥੇ ਖਰਚਾ ਕਰਨ ਦੀ ਲੋੜ ਹੈ ਉਹ ਅਸੀਂ ਇਹਨਾਂ ਨੂੰ ਕਰ ਕੀਤਾ ਹੈ। ਸਾਰੇ ਜਿੱਥੇ ਫੰਡ ਖਰਚ ਹੋਣੇ ਉਹ ਖਰਚ ਕੀਤੇ ਨੇ। ਗ੍ਰਾਮ ਸੜਕ ਯੋਜਨਾ, ਇਹ ਸਾਰੀਆਂ ਸਕੀਮਾਂ ਨੂੰ ਅਸੀਂ ਡਿਸਕਸ ਕੀਤਾ। ਦੀਨ ਦਿਆਲ ਉਪਾਧਿਆਏ ਸਕੀਮ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਨੈਸ਼ਨਲ ਹਾਰਟੀਕਲਚਰ ਮਿਸ਼ਨ ਦਾ ਹੈ, ਪੈਨਸ਼ਨ ਸਕੀਮ ਹੈ, ਮਨਰੇਗਾ ਹੈ, ਫਾਈਨਾਂਸ ਕਮਿਸ਼ਨ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਟੇਲ ਡਿਸਕਸ ਕੀਤਾ। ਮੈਂ ਇਹਨਾਂ ਨੂੰ ਕਿਹਾ ਡੀ ਸਾਹਿਬ ਸਾਰੇ ਟੋਟਲ ਲਾਓ ਤੇ ਤੁਹਾਨੂੰ ਪ੍ਰੈਸ ਨੋਟ ਸੈਪਰੇਟਲੀ ਵੀ ਦੇ ਦੇਣਗੇ। ਇਸ ਤਰ੍ਹਾਂ ਦੀਆਂ ਸਕੀਮਾਂ ਸਾਰੀਆਂ ਡਿਸਕਸ ਹੋਈਆਂ। ਇੱਕ ਮੈਂ ਇਹਨਾਂ ਨੂੰ ਕਿਹਾ ਵੀ ਆਪਣੀ ਤਿਆਰੀ ਕਰਕੇ ਅਫਸਰ ਜ਼ਰੂਰ ਆਇਆ ਕਰਨ। ਕਈ ਅਫਸਰ ਨੂੰ ਜੱਡਾ ਬਣ ਗਿਆ, ਬਾਬੂ ਨੇ ਬਣਾ ਕੇ ਦਿੱਤਾ, ਇੱਥੇ ਆ ਕੇ ਬਹਿ ਗਏ। ਉਹ ਦਿਸ਼ਾ ਨੇ ਵੀ ਸਾਰਿਆਂ ਨੂੰ ਕਿਹਾ ਅਗਲੀ ਵਾਰ ਜਿਹੜੀ ਮੀਟਿੰਗ ਹੋਰ ਅਸੀਂ ਮੀਨਿੰਗਫੁਲ ਹੋਏਗੀ। ਅੱਜ ਵੀ ਵਧੀਆ ਹੋਈ ਆ, ਹੋਰ ਮੀਨਿੰਗਫੁਲ ਕਰਨੀ ਚਾਹੁੰਦੇ ਹਾਂ, ਕਿਉਂਕਿ ਸਰਕਾਰ ਦਾ ਪੈਸਾ ਤੁਹਾਡੇ ਲੋਕਾਂ ਦਾ ਪੈਸਾ, ਟੈਕਸਾਂ ਦਾ ਪੈਸਾ ਹੈ। ਜੇ ਇਹਨੂੰ ਠੀਕ ਖਰਚ ਨਾ ਹੋਵੇ ਫਿਰ ਜਿਹੜੇ ਇੰਪਲੀਮੈਂਟੇਸ਼ਨ ਕਰਨ ਵਾਲੇ ਦੀ ਗਲਤੀ ਹੈ। ਦੇਖੋ ਪੰਜਾਬ ਸਰਕਾਰ ਦਾ ਸਿਸਟਮ ਹੈ, ਪਹਿਲਾਂ ਕਿੰਨੇ ਧਰਮ ਪ੍ਰਾਣ ਲੱਗੇ ਸੀਗੇ, ਬੜਾ ਰੌਲਾ ਪਿਆ ਜੀ ਸਰਵ ਪ੍ਰਾਣ ਬੰਦ ਕਰ ਦੇਣੇ ਆ, ਬੰਦ ਕਰ ਦੇਣੇ, ਬੰਦ ਕਰ। ਇਹਦਾ ਕੋਈ ਆਲਟਰਨੇਟਿਵ ਅਰੇਂਜਮੈਂਟ ਵੀ ਤਾਂ ਕਰਨਾ ਪਊਗਾ। ਗਰਮੀਆਂ ਵਿੱਚ ਇੰਨੀ ਬਿਜਲੀ ਦੀ ਡਿਮਾਂਡ ਵੱਧ ਜਾਂਦੀ ਹੈ, ਦੁੱਗਣੀ ਤਿੱਗਣੀ ਡਿਮਾਂਡ ਹੋ ਜਾਂਦੀ ਹੈ। ਬੰਦ ਕਰਨਾ ਕਹਿਣਾ ਸੌਖਾ ਹੈ, ਫਿਰ ਉਹਨੂੰ ਚਲਾਉਣਾ ਕਿੱਥੇ ਹੈ। ਬਿਜਲੀ ਲੋਕਾਂ ਨੂੰ ਹੁਣ ਲੋਕਾਂ ਨੂੰ 4-4 ਘੰਟੇ ਬਿਜਲੀ ਨਹੀਂ ਮਿਲਦੀ ਹੈ। ਸਾਰਾ ਸਿਸਟਮ ਆਪਾਂ ਕਲੈਪਸ ਹੋ ਰਿਹਾ। ਚਾਹੀਦਾ ਤਾਂ ਹੈ ਸਰਕਾਰ ਨੂੰ, ਜੇ ਕੋਈ ਗੱਲ ਕਰੇ ਜੋ ਸਰਕਾਰ 'ਚ ਬੈਠ ਕੇ ਕੋਈ ਫੈਸਲਾ ਕਰਨ ਲੱਗਿਆ, ਸਿਰਫ ਲੋਕਾਂ ਦੀ ਡਿਮਾਂਡ ਨੂੰ ਧਿਆਨ 'ਚ ਰੱਖਣਾ ਪੈਣੇਗਾ। ਐਵੇਂ ਹੀ ਫੈਸਲੇ ਨਹੀਂ ਲਏ ਜਾ ਸਕਦੇ। ਕੇਂਦਰ ਦੇ ਪਾਲੇ ਗੇਮ ਸੁੱਟ ਰਿਹਾ ਕਿ ਕੇਂਦਰ ਕੋਲਾ ਨਹੀਂ ਦੇ ਰਿਹਾ, ਕੇਂਦਰ ਤੇ ਰੋਕ ਲਾ ਰਿਹਾ ਜੀ। ਉਹ ਤਾਂ ਜੋ ਮਰਜ਼ੀ ਰੋਕ ਲਾਈ ਜਾਣ। ਕੋਰਾਂ ਦਾ ਜਿਹਨੇ ਵੀ ਧਰਮ ਲਾਇਆ ਉਹਦਾ ਅਰੇਂਜਮੈਂਟ ਉਹਨੂੰ ਕੇਂਦਰ ਨੇ ਥੋੜ੍ਹਾ ਦੇਣਾ। ਉਹਦਾ ਕਿਤੇ ਮਾਈਨ ਦੇ ਨਾਲ ਉਹਦਾ ਅਰੇਂਜਮੈਂਟ ਉੱਥੋਂ ਕੋਲਾ ਲੈ ਕੇ ਆਉਣਾ। ਜੇ ਉਹਨਾਂ ਨੂੰ ਕਹੇ ਤੁਸੀਂ ਬੰਦ ਕਰ ਦਿਓ ਜਾਂ ਨਾ ਚਲਾਓ, ਬੰਦ ਹੋ ਬਹੁਤ ਧਰਮ ਪਲਾਂਟ ਬੰਦ ਹੀ ਹੋ ਗਏ। ਜਿਹਨਾਂ 'ਚ ਦੇਖੋ ਹਾਈਡਰੋ ਦੀ ਇਲੈਕਟ੍ਰੀਸਿਟੀ ਸਾਡੀ ਲਿਮਟਿਡ ਹੈ, ਉਹ ਤਾਂ ਪੈਦਾ ਹੋ ਹੀ ਰਹੀ ਹੈ। ਜਿਹੜੇ ਥਰਮਲ ਪਲਾਂਟ ਹੈ ਉਹ ਜੇ ਚਲਾਵਾਂਗੇ ਤਾਂ ਬਿਜਲੀ ਚੱਲੇਗੀ, ਨਹੀਂ ਤਾਂ ਸਰ ਅਮਨ ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਵੇਖਦੇ ਹੋ? ਪਟਿਆਲਾ ਦੇ ਵਿੱਚ ਜਿਹੜੀ ਹੁਣ ਝੜਪ ਆਈ ਹੈ ਸਾਹਮਣੇ, ਕਿਹੜੀ ਪਟਿਆਲਾ ਦੇ ਵਿੱਚ ਜੋ ਸਿੱਖ ਜਥੇਬੰਦੀਆਂ ਤੇ ਸਿੱਖ ਸੈਨਾ ਦੇ ਵੱਲੋਂ ਹੋਇਆ ਗਿਆ ਹੈ ਪਟਿਆਲਾ ਦੇ ਵਿੱਚ, ਮੈਨੂੰ ਇਹਦੀ ਜਾਣਕਾਰੀ ਨਹੀਂ ਯਾਰ। ਘੱਟ ਗਿਣਤੀ ਕਿਸੇ ਨੂੰ ਦਿਵਾਉਣ ਦੀ ਕੀ ਕੋਈ ਹੈ? ਸਾਰਾ ਦੇਸ਼ ਸਾਂਝਾ ਹੈ, ਸਾਰੇ ਵੋਟਰ ਨੇ, ਸਾਰੇ ਸਰਕਾਰ ਬਣਾਉਣ 'ਚ ਹਿੱਸਾ ਪਾਉਂਦੇ ਨੇ। ਕਿਸੇ ਨੂੰ ਦਿਵਾਉਣ ਦਾ ਕੀ ਮਤਲਬ ਹੈ? ਇਹ ਸੈਕੂਲਰ ਕੰਟਰੀ ਹੈ, ਇੱਥੇ ਸਾਰੇ ਬਰਾਬਰ ਨੇ, ਇਸ ਦੀਆਂ ਖਿਲਾਫ ਕਰਨੀਆਂ ਨਹੀਂ ਚਾਹੀਦੀਆਂ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਬਿਜਲੀ ਦੇ ਡੈਮ ਤੇ ਕੰਮ ਕਰਦੇ ਮਜ਼ਦੂਰਾਂ ਦੀ ਨਹਿਰ ਵਿੱਚ ਡਿੱਗਣ ਦੇ ਨਾਲ ਮੌਤ ਹੋ ਚੁੱਕੀ ਹੈ। ਕਿਤੇ ਨਾ ਕਿਤੇ ਘਰ ਦੇ ਵਿੱਚ ਮਾਹੌਲ ਸੋਗ ਦਾ ਹੈ। ਇਹ ਕੌਣ ਨੇ, ਜਾਣਨ ਵਾਸਤੇ ਵੇਖਦੇ ਹਾਂ ਪੂਰੀ ਖਬਰ। ਬਹੁਤ ਪਿਆਰੇ ਲੜਕੇ ਸੀ। ਇਹਨਾਂ ਦਾ ਜਿਹੜਾ ਮੇਨ ਲੜਕਾ ਰਵੀ ਸੀ, ਇਹਦਾ ਹਾਲਾਂਕਿ ਇੱਥੇ ਕੋਈ ਡਿਊਟੀ ਨਹੀਂ, ਕਿਉਂਕਿ ਇੰਜੀਨੀਅਰ ਲੜਕਾ, ਇਹ ਇੰਚਾਰਜ ਆ ਸਾਰੇ ਇਹਦਾ, ਇੱਥੋਂ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ। ਪਤਾ ਨਹੀਂ ਉਧਰ ਕਿਵੇਂ ਚਲੇ ਗਏ। ਸਾਨੂੰ ਜੇ ਇਨਫੋਰਮੇਸ਼ਨ ਮਸ਼ੀਨ ਤੇ ਆਈ, ਇੱਧਰ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਇੱਧਰ ਆਉਣਗੇ ਜਾਂ ਕਿਸ ਤਰ੍ਹਾਂ ਆ ਗਿਆ। ਬਾਕੀ ਜਿੱਦਾਂ ਤੁਸੀਂ ਕਹਿੰਦੇ ਸੇਫਟੀ ਬੈਲਟ ਸਭ ਕੁਝ ਦਿੱਤਾ ਪਿਆ, ਲੇਕਿਨ ਉਹ ਹੁੰਦਾ ਵੀ ਹਾਂ ਇਨਸਾਨ ਦੀ ਆਪਣੀ ਹੁੰਦੀ। ਆਪਾਂ ਨੂੰ ਹੈਲਮਟ ਦਾ ਦਿੱਤਾ ਵਾ, ਕਿੰਨੇ ਕੁ ਲੋਕ ਆਪਾਂ ਹੈਲਮਟ ਲਾਉਂਦੇ, ਕਿੰਨੇ ਕੁ ਆਪਾਂ ਸੇਫਟੀ ਬੈਲਟ ਉੱਦਾਂ ਹੀ ਹੈਗੇ। ਇਨਸਾਨੀ ਫਿਤਰਤ ਆਪਾਂ ਸ਼ਾਰਟਕਟ ਲੱਭਦੇ ਹਾਂ। ਸੇਫਟੀ ਬੈਲਟ ਨਾਲ ਲੈ ਜਾਂਦੇ ਜਾਂ ਇੱਥੇ ਪਏ? ਨਹੀਂ ਇੱਥੇ ਪਈਆਂ ਹੁੰਦੀਆਂ। ਇੱਥੇ ਦਿਖਾਓਗੇ ਸਾਨੂੰ? ਦਿਖਾ ਦਿੰਦੇ। ਹੋਰ ਸਰ ਇੱਕ ਤੁਸੀਂ ਕਹਿ ਰਹੇ ਹੋ ਹੈਂਡੀਕੈਪ ਉਹਨੂੰ ਇੰਚਾਰਜ ਹੈ, ਹੈਂਡੀਕੈਪ ਨਹੀਂ ਇੰਚਾਰਜ ਜੀ, ਪਰ ਜੀ ਕਿੱਦਾਂ ਮਤਲਬ ਇਹ ਅੰਦਰ ਚਲ ਗਏ ਸਫਾਈ ਕਰਨ ਵਾਸਤੇ? ਭਾਈ ਉਹ ਤੁਹਾਨੂੰ ਬੇਲਦਾਰ ਤੋਂ ਜ਼ਿਆਦਾ, ਮੇਰੇ ਤੋਂ ਜ਼ਿਆਦਾ ਵਧੀਆ ਬੇਲਦਾਰ ਦੱਸ ਸਕਦੇ ਜਿਹਦੇ ਸਾਹਮਣੇ ਸਾਰਾ ਕੁਝ ਆ। ਉਹ ਕਹਿੰਦਾ ਮੈਂ ਆਪ ਰੋਕਿਆ ਵੀ ਹਲੇ ਕੁਝ ਕਰਨ ਦੀ ਲੋੜ ਨਹੀਂ। ਦੋਵੇਂ ਜਣੇ ਕਹਿੰਦਾ ਸਾਨੂੰ ਉਦੋਂ ਪਤਾ ਲੱਗਾ ਜਦੋਂ ਥੱਲੇ ਡਿੱਗ ਪਏ। ਨਹਿਰ ਵਾਲਿਆਂ ਦੀ ਕੋਈ ਸੇਫਟੀ ਨਹੀਂ ਹੈਗੀ ਇੱਥੇ। ਮੇਰਾ ਬੇਟਾ ਦੂਜੇ ਬੰਦੇ ਨੂੰ ਨਾਲ ਹੀ ਕੱਢਣ ਡਿਆ ਸੀ। ਇਹਨਾਂ ਦਾ ਇਹ ਨਹਿਰ ਵਾਲਿਆਂ ਦਾ ਚਾਹੀਦਾ ਕੋਈ ਸੇਫਟੀ ਦੇਣੀ। ਸੇਫਟੀ ਕੋਈ ਦਿੱਤੀ ਨਹੀਂ। ਮੇਰਾ ਪੁੱਤ ਵੀ ਮਰ ਗਿਆ, ਅਸੀਂ ਦੋਵੇਂ ਜੀ ਹੈਂਡੀਕੈਪ। ਸਾਡਾ ਤਾਂ ਰਿਹਾ ਕੱਖ ਨਹੀਂ, ਸਾਡਾ ਤੇ ਹੋ ਗਿਆ, ਪੁੱਟਿਆ ਗਿਆ। ਮੈਂ ਕਦੇ ਸਾਰੇ ਜੀਊਂਗਾ। ਮੇਰੀ ਘਰ ਦੀ ਵੀ ਉਦਾਂ ਦੀ ਹੈਂਡੀਕੈਪ ਆ। ਵੇਖੋ ਇਹ ਤੁਸੀਂ ਤਰੀਕਾ ਵੇਖੋ, ਕੋਈ ਕਾਇਦਾ ਕਾਨੂੰਨ ਹੈਗਾ ਇਹਨਾਂ ਦਾ? ਕੋਈ ਸੇਫਟੀ ਇੱਥੇ ਕੋਈ ਨਹੀਂ। ਕੀ ਮੰਗ ਕਰਦੇ? ਕਾਰਵਾਈ ਹੋਣੀ ਚਾਹੀਦੀ, ਕਾਰਵਾਈ ਕਰਨੀ ਇਹਨਾਂ ਤੇ ਸਰਕਾਰ ਕੀ ਮੰਗ ਕਰਦੇ? ਮੰਗ ਕਰਨੀ ਆ ਮੈਨੂੰ ਜਾਂ ਮੇਰਾ ਬੇਟਾ ਦੇਣ, ਤੇ ਜਾਂ ਮੈਨੂੰ ਨੌਕਰੀ ਦੇਣ, ਨਾਲ ਮੇਰਾ ਬੇਟੇ ਦਾ ਜਿਹੜਾ ਇਹਦਾ ਬੰਨੋ ਕਿ ਕੋਈ ਇਹਦਾ ਬੱਚੇ ਨੂੰ ਗਾੜੀ ਨਾ ਕੋਈ ਵਾਰਦਾਤ ਹੋਏ।
ਹੁਣ ਸਾਨੂੰ ਤੇ ਭਾਜੀ ਭੋਗਣੀਆਂ ਪੈਣੀਆਂ ਵਾ, ਜਿਹੜੀਆਂ ਭੋਗਲੀਆਂ ਰੱਬ ਨੇ ਸਾਨੂੰ ਦਿੱਤਾ ਜਿਹੜਾ ਪਾਤਾ ਵਾ, ਪਰ ਭੋਗਿਆ ਜਾਣਾ ਨਹੀਂ ਆ। ਸਾਡੇ ਸਦਾ ਵਾਸਤੇ ਸਾਨੂੰ ਦੋਵੇਂ ਜੀ ਇਹੀ ਹੈਂਡੀਕੈਪ, ਦੋਵੇਂ ਅਸੀਂ ਰੋਲ ਰੋਲ ਕੇ ਮਰ ਜਾਣਾ ਵਾ, ਅਸੀਂ ਉਹਦੇ ਸਿਰ ਤੇ ਜੀਂਦੇ। ਚਲੋ ਹੁਣ ਸਰ ਇਹ ਮੇਰਾ ਪੁੱਤ ਕਿਉਂ ਮਰ ਗਿਆ, ਇਹਦਾ ਬਾਪ ਮੇਰਿਆ ਹੋਵੇ। ਕਿੰਨੇ ਬੱਚੇ ਸੀ ਤੁਹਾਡੇ? ਇੱਕੋ ਮੇਰਾ ਹੀ ਬੱਚਾ ਰਾਜੀ ਹੋ ਗਿਆ। ਇਹ ਕੱਲਾ ਮੁੰਡਾ ਕੱਲਾ ਹੀ, ਕੁੜੀਆਂ ਚਾਰ। ਉੱਥੇ ਕੰਮ ਕਰਦਾ ਸੀ ਜੀ। ਰਾਤ ਆਇਆ ਮੇਰੇ ਕੋਲ 7:30 ਵਜੇ ਤੇ ਸਵੇਰੇ ਮੈਨੂੰ ਇਹਨੇ 7:30 ਵਜੇ ਮੈਂ ਆਪ ਟੈਲੀਫੋਨ ਕੀਤਾ ਵਾ ਤੇ ਕਹਿੰਦਾ ਵੀ ਮੈਂ ਡੈਡੀ ਨਾ ਥੋੜੀ ਜਿਹੀ ਰੀਟਕਾਂ ਰੋਟੀਆਂ ਜਿਹੀਆਂ ਭਾਜੀਆਂ ਤੇ ਭਰ ਕੇ ਤੇ ਮੈਂ ਆਉਣਾ। ਹਾਂਜੀ, ਤੇ ਬਾਅਦ 'ਚ ਮੈਨੂੰ ਪਤਾ ਨਹੀਂ ਲੱਗਾ, ਮੈਂ ਤੇ ਇਹਨਾਂ ਬੰਦਿਆਂ ਪਤਾ ਲੱਗ ਗਿਆ, ਮੇਰੇ ਘਰੋਂ ਬਾਹਰ ਪਤਾ ਲੱਗ ਗਿਆ, ਮੈਨੂੰ ਨਹੀਂ ਪਤਾ ਲੱਗਾ। ਸਾਨੂੰ ਤੇ ਕੋਈ ਨਹੀਂ ਲੱਭੀ, ਹੁਣ ਸਾਨੂੰ ਤੇ ਇਹੋ ਹੀ ਲੱਭਣ ਡਿਆ, ਅਸੀਂ ਕੀ ਵੇਖੀਏ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਗੇਜਾ ਰਾਮ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ। ਗੇਜਾ ਰਾਮ ਜੀ ਦੀ ਅਗਵਾਈ ਦੇ ਵਿੱਚ ਉਹ ਕਿਹੜੀ ਮੀਟਿੰਗ ਹੈ, ਕੀ ਮੁੱਦਾ ਹੈ, ਆਪਾਂ ਵੇਖਦੇ ਹਾਂ ਪੂਰੀ ਖਬਰ। ਅੱਜ ਦਾ ਮੁੱਖ ਏਜੰਡਾ ਜਿਹੜੇ ਸਫਾਈ ਸੇਵਕ ਸਿਵਲਮੈਨ ਹੈ, ਜਿਹੜੇ ਇੱਥੇ ਕੱਚੇ ਸਫਾਈ ਸੇਵਕ ਜਿਹੜੇ ਡੀਸੀ ਰੇਟ ਤੇ ਲੱਗੇ ਹੋਏ ਹੈ, ਉਹ ਇੱਥੇ ਲੰਬੜਦਾਰ ਬਣਾਏ ਹੋਏ ਹੈ, ਜਿਹੜੇ ਪੱਕੇ ਉਹਨਾਂ ਦੇ ਥੱਲੇ ਲਾਏ ਹੋਏ ਹੈ। ਇਸ ਕਰਕੇ ਮੁੱਦਾ ਸਾਰਾ ਭਖਿਆ ਹੋਇਆ। ਕੁਛ ਇੱਥੇ ਡੈਥ ਕੇਸ ਹੈ, ਕੋਈ ਪੈਨਸ਼ਨ ਦੇ ਕੇਸ ਹੈ, ਕੋਈ ਇਹਨਾਂ ਦੀ ਨੌਕਰੀ ਜਿਹੜੀ ਬਹਾਲ ਕਰਕੇ ਇਹਨਾਂ ਨੂੰ ਲਾਣਾ, ਉਹਨਾਂ ਬਾਰੇ ਮੁੱਦਾ ਜਿਹੜਾ ਬੜਾ ਸੰਵੇਦਨਸ਼ੀਲ ਹੈ। ਇਹ ਅੱਜ ਸੰਵੇਦਨਸ਼ੀਲ ਮੁੱਦੇ ਕਰਕੇ ਇਹਨਾਂ ਨੇ ਕਮਿਸ਼ਨ ਦਾ ਵੀ ਨਾਲ ਅਫਸਰ ਸਾਹਿਬਾਨਾਂ ਦਾ ਵੀ ਆਪਣਾ ਰੋਸ ਪ੍ਰਗਟ ਕੀਤਾ। ਉਹ ਅਸੀਂ ਸਾਰੇ ਜਿੰਨੇ ਵੀ ਆਲਾ ਅਫਸਰ ਉਹਨਾਂ ਨੂੰ ਹਦਾਇਤ ਕੀਤੀ ਵੀ 10 ਤਰੀਕ ਤੋਂ ਪਹਿਲਾਂ ਇਹਦਾ ਹੱਲ ਕਰੋ। ਅਸੀਂ ਸਿੱਟ ਬਣਾਈ ਹੈ ਕਮਿਸ਼ਨ ਦੀ, ਸਾਡੇ ਡਿਪਟੀ ਚੇਅਰਮੈਨ ਸੁਰਿੰਦਰ ਕਲਿਆਣ ਜੀ ਔਰ ਸਾਡੇ ਮੈਂਬਰ ਇੰਦਰਜੀਤ ਜੀ, ਇਹਨਾਂ ਦੇ ਨਾਲ ਸਾਡੇ ਕਮਿਸ਼ਨ ਦੇ ਵਕੀਲ ਰਾਹੁਲ ਆਦੀਆ ਜੀ ਨੂੰ ਲਾਇਆ, ਜਿਹੜਾ ਕਿ ਇਹ ਫੌਰੀ ਤੌਰ ਤੇ ਇਹਦੀ ਸਾਰੀ ਇਨਕੁਆਇਰੀ ਕਰਾ ਕੇ ਅਸੀਂ ਇਹਦੀ ਕਿਸੇ ਹੋਰ ਏਜੰਸੀ ਤੋਂ ਇਹਦੀ ਇਨਕੁਆਇਰੀ ਕਰਾਵਾਂਗੇ। ਕਿਉਂਕਿ ਜਿਹੜੀ ਇੱਥੇ ਦੀ ਪ੍ਰਸ਼ਾਸਨ ਹੈ ਕਾਰਪੋਰੇਸ਼ਨ ਦਾ, ਉਹ ਆਪਸ ਦੇ ਵਿੱਚ ਰਲੀ ਮਿਲੀ ਹੋਣ ਕਰਕੇ ਜਿਹੜਾ ਸਹੀ ਸਿਸਟਮ ਨਾਲ ਇਹਨਾਂ ਨੂੰ ਕੰਮ ਕਰਨਾ ਚਾਹੀਦਾ, ਉਸ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਰੁਕਾਵਟ ਹੈ। ਇਹ ਰੁਕਾਵਟ ਨੂੰ ਦੂਰ ਕਰਨ ਦੇ ਲਈ ਕਮਿਸ਼ਨ ਆਪਣੇ ਸਿਸਟਮ ਦੇ ਨਾਲ ਇਹ ਸਾਰਾ ਸੈੱਟ ਕਰੇਗੀ। ਇਹ ਉਸੇ ਵਾਸਤੇ ਦਾ ਸਿੱਟ ਬਣਾਈ ਹੈ ਨਾ, ਰਿਪੋਰਟ ਆਉਣ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ। ਜੀ ਬਿਲਕੁਲ ਕਰਿਆ, ਧੰਨਵਾਦ ਇਹਨਾਂ ਦਾ। ਹੋਰ ਕਰਨ, ਸਾਡੀ ਜਾਗਦਿਆਂ ਦੀ ਅੱਖਾਂ ਖੋਲ ਰਹੇ, ਅਸੀਂ ਵੀ ਸਹੀ ਤਰੀਕੇ ਨਾਲ ਇਹਨਾਂ ਨੂੰ ਕੰਮ ਕਰਨ ਦੀ ਪ੍ਰੇਰਨਾ ਕਰਦੇ ਔਰ ਕਰਦੇ ਰਹਾਂਗੇ। ਅਸੀਂ ਮਨ ਦੇ ਅੰਦਰ ਤਹਈਆ ਕਰਕੇ ਬੈਠੇ ਹਾਂ ਕਿ ਜਿੰਨੀ ਦੇਰ ਤੱਕ ਸਫਾਈ ਕਰਮਚਾਰੀ ਪੱਕੇ ਨਹੀਂ ਕੀਤੇ ਜਾਂਦੇ, ਸੀਵਰਮੈਨ ਪੱਕੇ ਨਹੀਂ ਕੀਤੇ ਜਾਂਦੇ, ਔਰ ਜਿਹੜੇ ਜਬਰਨ ਅਸ਼ਵਨੀ ਸਹੋਤੇ ਵੱਲੋਂ ਸਫਾਈ ਕਰਮਚਾਰੀ ਨੂੰ ਕੱਢਿਆ ਗਿਆ ਵਾ ਔਰ ਉਹਨੇ 70% ਡੀਸੀ ਗ੍ਰੇਡ ਤੇ ਆਪਣੀ ਮਨੋਪਲੀ ਦੇ ਲੰਬੜਦਾਰ ਲਾਏ ਹੋਏ ਆ, ਔਰ ਉਹਦਾ ਸੈਂਟਰੀ ਇੰਸਪੈਕਟਰ ਜਿਹੜਾ ਆਰਥਿਕ ਲੁੱਟ ਖਸੁੱਟ ਖੁਦ ਸਰਗਨਾ ਵਾ, ਉਹਨੂੰ ਪੱਟ ਕੇ ਲੁਧਿਆਣੇ 'ਚੋਂ ਖਤਮ ਨਹੀਂ ਕਰ ਦਿੰਦੇ। ਵਾਲਮੀਕੀ ਸੇਵਕ ਸੰਘ VSS ਚੈਨ ਨਹੀਂ ਲਊਗਾ, ਸੁੱਖ ਦਾ ਸਾਹ ਨਹੀਂ ਲਊਗਾ। ਅਸੀਂ ਅੱਜ ਸਫਾਈ ਕਰਮਚਾਰੀ ਕਮਿਸ਼ਨ ਗੇਜਾ ਰਾਮ ਵਾਲਮੀਕੀ ਔਰ ਦੇ ਕਮਿਸ਼ਨ ਦਾ ਵਿਰੋਧ ਵੀ ਕੀਤਾ, ਕਿਉਂਕਿ 6-6 ਮਹੀਨੇ ਹੋ ਗਏ ਆ ਇਨਕੁਆਰੀਆਂ ਦਰਖਾਸਤਾਂ ਪੈਂਡਿੰਗ ਚੱਲਦੇ ਨੂੰ, ਕੋਈ ਢੁਕਵਾਂ ਸਟੈਪ ਨਹੀਂ ਚੱਕਿਆ ਗਿਆ। ਔਰ ਵਿਸ਼ੇਸ਼ ਤੌਰ ਤੇ ਜਿਹੜਾ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਵਾ, ਉਹ ਅਸ਼ਵਨੀ ਸਹੋਤੇ ਦਾ ਨਗਰ ਲੁਧਿਆਣਾ ਦੇ ਅੰਦਰ ਗੋਡਫਾਦਰ ਬਣਿਆ ਹੋਇਆ ਵਾ। ਜਿੰਨੀ ਦੇਰ ਤੱਕ ਕਮਿਸ਼ਨਰ ਨਗਰ ਲੁਧਿਆਣਾ ਇੱਥੇ ਆ, ਅਸ਼ਵਨੀ ਸਹੋਤੇ ਨੂੰ ਕੋਈ ਸਜ਼ਾ ਨਹੀਂ ਮਿਲ ਸਕਦੀ, ਕਿਉਂਕਿ ਉਹਦੀ ਸ਼ੈਲਟਰ ਆ, ਮਿਲੀ ਭਗਤ ਆ। ਇੱਥੇ ਤੱਕ ਕਿ ਜਿੰਨੀ ਵੀ ਉੱਪਰਲੀ ਇਨਕਮ ਆ ਜਿਹੜੀ ਅਸ਼ਵਨੀ ਸਹੋਤਾ ਸਫਾਈ ਕਰਮਚਾਰੀ ਤੋਂ ਲੁੱਟ ਖਸੁੱਟ ਕਰਦਾ, ਉਹਦਾ ਭਾਈਵਾਲ ਕਮਿਸ਼ਨਰ ਨਗਰ ਲੁਧਿਆਣਾ ਵੀ ਆ। ਅੰਕੁਰ ਮਹਿੰਦਰੂ, ਅਸੀਂ ਕਹਿੰਦੇ ਨਾ ਸਾਡਾ ਸ਼ੋਸ਼ਣ ਮਨੂਵਾਦ ਕਰਦਾ, ਨਹੀਂ, ਸਾਡਾ ਸ਼ੋਸ਼ਣ ਸਾਡੇ ਹੀ ਕਰ ਰਹੇ ਆ। ਔਰ ਮੈਂ ਉਹਨਾਂ ਨੂੰ ਚੇਤਾਵਨੀ ਔਰ ਤਾੜਨਾ ਦੇਣਾ ਚਾਹੁੰਦਾ, 1 ਮਈ ਨੂੰ ਮਜ਼ਦੂਰ ਦਿਵਸ ਆਉਣ ਵਾਲਾ ਵਾ,
ਅਗਰ ਮਈ ਦੇ ਮਹੀਨੇ ਦੇ ਅੰਦਰ ਇਹਨਾਂ ਸਾਰੇ ਲੋਕਾਂ ਨੂੰ ਇਨਸਾਫ ਨਾ ਮਿਲਿਆ ਤਾਂ ਵਾਲਮੀਕੀ ਸੇਵਕ ਸੰਘ ਵੱਲੋਂ ਵੱਡੇ ਪੱਧਰ ਤੇ ਇੱਕ ਵੱਡੇ ਜਨ ਸਮੂਹ 'ਚ ਵਿੱਕੀ ਸੋਤਾ ਸ਼ਹਾਦਤ ਦਊਗਾ। ਜੈ ਭੀਮ ਜੈ ਭਾਰਤ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਕਰਪਸ਼ਨ ਨੂੰ ਖਤਮ ਕਰਨ ਵਾਸਤੇ ਸਰਕਾਰ ਨੇ ਵੀ ਪੂਰੀ ਤਰ੍ਹਾਂ ਮਤਲਬ ਕਦਮ ਚੱਕੇ ਹੋਏ ਨੇ ਕਿ ਜੋ ਵੀ ਤੁਹਾਨੂੰ ਕਰਪਸ਼ਨ ਲੈਂਦਾ ਜਾਂ ਦਿੰਦਾ ਨਜ਼ਰ ਆਉਂਦਾ ਹੈ ਉਸ ਦੀ ਵੀਡੀਓ ਬਣਾ ਕੇ ਸਾਡੇ ਤੱਕ ਜ਼ਰੂਰ ਪਹੁੰਚਾਓ। ਲੇਕਿਨ ਲੁਧਿਆਣੇ ਦੇ ਵਿੱਚ ਇਸ ਕਰਪਸ਼ਨ ਨੂੰ ਖਤਮ ਕਰਨ ਦੇ ਵਿਰੋਧ ਦੇ ਵਿੱਚ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ। ਵੇਖੋ ਪੂਰੀ ਖਬਰ। देखिए पंजाब सरकार ਵੱਲੋਂ ਇਹ ਸਾਨੂੰ ਕਲੀਅਰ ਇਨਸਟਰਕਸ਼ਨਸ ਦਿੱਤੀ ਗਈ ਹੈ ਕਿ ਜਿੰਨੇ ਵੀ ਮਹਿਕਮੇ ਹੈ ਉਹਨਾਂ ਦੇ ਵਿੱਚ ਕਰਪਸ਼ਨ ਜਿਹੜਾ ਹੈਗਾ ਉਹ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਏਗੀ ਔਰ ਜਿਹੜੇ ਵੀ ਰੈਵਨਿਊ ਦੇ ਟਾਰਗੇਟਸ ਹੈਗੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਮੀਟ ਆਊਟ ਕੀਤਾ ਜਾਏਗਾ। ਇसी ਚੀਜ਼ 'ਚ ਅੱਜ ਲੁਧਿਆਣਾ ਡਿਵੀਜ਼ਨ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਲੁਧਿਆਣਾ 1 ਤੋਂ ਲੈ ਕੇ 5 ਤੱਕ ਦੇ ਡਿਸਟ੍ਰਿਕਟ ਲੁਧਿਆਣਾ ਦੇ ਐਂਡ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਜਿਹੜੀ ਹੈਗੀ ਇੱਥੇ ਰਿਵਿਊ ਕੀਤੀ ਗਈ। ਇਹਦੇ ਵਿੱਚ ਸਾਡੇ ਸਟੇਟ ਟੈਕਸੇਸ਼ਨ ਆਫੀਸਰ STO ਲੈਵਲ ਦੇ ਆਫੀਸਰਸ ਜਿਹੜੇ ਹੈਗੇ ਆਏ ਹੋਏ ਸੀ। ਇਹਨਾਂ ਦੇ ਨਾਲ ਹੀ ਆਡਿਟ ਵਿੰਗ ਐਂਡ ਮੋਬਾਈਲ ਵਿੰਗ ਦਾ ਵੀ ਜਿਹੜਾ ਹੈਗਾ ਰਿਵਿਊ ਕੀਤਾ ਗਿਆ ਹੈ। ਸਾਰਿਆਂ ਨੂੰ ਕਲੀਅਰ ਡਾਇਰੈਕਸ਼ਨਸ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਹੈ। ਟੈਕਸ ਦੀ ਚੋਰੀ ਜਿਹੜੀ ਹੈਗੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਕੋਈ ਵੀ ਸਾਡਾ ਮੁਲਾਜ਼ਮ ਜਾਂ ਅਫਸਰ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਕਰਪਸ਼ਨ ਵਿੱਚ ਜਾਂ ਕਿਸੇ ਨੂੰ ਖੱਜਲ ਖੁਆਰ ਕਰਦਾ ਹੋਇਆ ਮਿਲੇਗਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਬਟ ਨਾਲ ਦੇ ਨਾਲ ਹੀ ਇਹ ਵੀ ਅਸੀਂ ਇੰਸ਼ੋਰ ਕਰਾਂਗੇ ਕਿ ਟੈਕਸ ਦੀ ਚੋਰੀ ਨਾ ਹੋਏ ਔਰ ਟੈਕਸ ਦਾ ਜਿਹੜਾ ਟੀਚਾ ਹੈ ਉਹ ਅਸੀਂ ਪੂਰਾ ਕਰ ਸਕੀਏ ਤਾਂ ਕਿ ਪੰਜਾਬ ਸਰਕਾਰ ਆਪਣੇ ਵਿਕਾਸ ਦੇ ਕੰਮਾਂ ਨੂੰ ਵੀ ਸਹੀ ਤਰੀਕੇ ਨਾਲ ਨੇਪਰੇ ਚਾੜ ਸਕਣ। ਤਾਂ ਇਸ ਚੀਜ਼ ਵਿੱਚ ਮੈਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਪਿਛਲੀ ਵਾਰ ਟਾਰਗੇਟਸ ਤੋਂ ਕਾਫੀ ਵੱਧ ਕੇ ਸਾਡੀ ਟੈਕਸ ਰੈਵਨਿਊ ਆਈ ਸੀ। ਇਸੇ ਤਰੀਕੇ ਨਾਲ ਮੋਬਾਈਲ ਵਿੰਗ ਵੱਲੋਂ ਜਿਹੜੀ ਪੈਨਲਟੀ ਲਾਈ ਗਈ ਸੀਗੀ ਉਹ ਵੀ ਜਿਹੜੀ ਹੈਗੀ ਕਾਫੀ ਚੰਗੀ ਜਿਹੜੀ ਹੈਗੀ 4 ਟਾਈਮਸ ਦੈਨ ਲਾਸਟ ਈਅਰ ਸੀਗੀ। ਤੋ ਇਹਨਾਂ ਨੂੰ ਇਹ ਕਿਹਾ ਗਿਆ ਕਿ ਇਸੇ ਤਰੀਕੇ ਨਾਲ ਆਪਣੀ ਰੈਵਨਿਊਜ਼ ਨੂੰ ਔਰ ਵਧਾਉਂਦੇ ਰਹਿਣ ਔਰ ਜ਼ੀਰੋ ਟੋਲਰੈਂਸ ਜਿਹੜਾ ਹੈਗਾ ਕਰਪਸ਼ਨ ਦੇ ਲਈ ਰੱਖੀ ਜਾਏਗੀ। ਇਸ ਦੇ ਆਦੇਸ਼ ਦਿੱਤੇ ਗਏ। ਦੇਖੋ ਟੈਕਸ ਦੀ ਚੋਰੀ ਰੋਕਣ ਦੇ ਵਿੱਚ ਜਿਹੜਾ ਹੈਗਾ ਸਾਰੀ ਚੀਜ਼ਾਂ ਇੱਕ ਸਾਥ ਆਉਂਦੀ ਹੈਗੀ। ਇਹਦੇ ਵਿੱਚ ਬੋਗਸ ਬਿਲਿੰਗ ਵੀ ਹੈ, ਬਿਨਾਂ ਜਿਹੜਾ ਹੈਗਾ ਪਰਚੀ ਦੇ ਜਾਂ ਬਿਨਾਂ ਮਾਲ ਨੂੰ ਜਿਹੜਾ ਹੈਗਾ ਟਰਾਂਸਪੋਰਟ ਕਰਨਾ ਹੈਗਾ। ਕੁਝ ਜਗ੍ਹਾ ਤੇ ਜਿਹੜਾ ਹੈਗਾ ਬਿਲਿੰਗ ਦੀ ਰੇਟ ਜਿਹੜੀ ਹੈਗੀ ਕੱਟ ਕਰ ਦਿੱਤੀ ਜਾਂਦੀ ਹੈ। ਕਿਸੇ ਜਗ੍ਹਾ ਤੇ ਜਿਹੜਾ ਹੈਗਾ ਕੁਆਂਟੀਟੀ ਦੇ ਨਾਲ ਜਿਹੜਾ ਹੈਗਾ ਉਹਨੂੰ ਕੱਟ ਕਰਕੇ ਦਿਖਾਇਆ ਜਾਂਦਾ ਹੈ। ਤਾਂ ਉਹਦੇ ਲਈ ਇੰਸਪੈਕਸ਼ਨਸ ਦੇ ਟਾਰਗੇਟ ਦਿੱਤੇ ਗਏ ਹੈਗੇ। ਇਹਨਾਂ ਨੂੰ ਜਿਹੜੇ ਵੀ ਸਸਪੈਕਟਡ ਕੇਸਿਸ ਹੈ ਉਹਨਾਂ ਦੀ ਸਕਰੂਟਨੀ ਕਰਨ ਦੇ ਆਦੇਸ਼ ਦਿੱਤੇ ਗਏ ਹੈ। ਉਹ ਵੀ ਜਿਹੜਾ ਹੈਗਾ ਅਸੀਂ ਕਰ ਰਹੇ ਹੈਗੇ। ਉਹਦੇ ਇਲਾਵਾ ਆਡਿਟ ਵਿੰਗਸ ਜਿਹੜੀ ਹੈਗੀ ਸਾਡੀ ਸਪੈਸ਼ਲੀ ਐਕਟੀਵੇਟ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਆਡਿਟ ਜਿਹੜੇ ਹੈਗੇ ਸਪੈਸ਼ਲ ਕੇਸਿਸ ਜਿਹੜੇ ਸਾਨੂੰ ਲੱਗ ਰਹੇ ਹੈਗੇ ਕਿ ਇਹ ਸਸਪੀਸ਼ੀਅਸ ਕੇਸਿਸ ਹੋ ਸਕਦੇ ਹੈ ਉਹਨਾਂ ਦੀ ਆਡਿਟਸ ਕਰਵਾ ਰਹੇ ਹੈ ਔਰ ਉਹਨਾਂ ਦੇ ਲਈ ਵੀ ਆਫੀਸਰਸ ਜਿਹੜੇ ਹੈਗੇ ACST ਲੈਵਲ ਦੇ ਆਫੀਸਰ ਸਾਡੇ ਆਡਿਟ ਦੀ ਕਾਰਵਾਈ ਜਿਹੜੀ ਹੈਗੀ ਕਰ ਰਹੇ ਹੈ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਮਾਂ ਭਗਵਤੀ ਸੇਵਾ ਦਲ ਵੱਲੋਂ ਬਾਕਾਇਦਾ ਤੌਰ ਤੇ ਸ਼ੋਭਾ ਯਾਤਰਾ ਕੱਢੀ ਗਈ ਹੈ। ਸ਼ਰਧਾਲੂਆਂ ਵੱਲੋਂ ਨਤਮਸਤਕ ਹੋਇਆ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਖੁਸ਼ੀ ਵੇਖਣ ਨੂੰ ਮਿਲ ਰਹੀ ਸੀ। ਵੇਖੋ ਖਬਰ। ਦੀ ਸ਼ੋਭਾ ਯਾਤਰਾ 26ਵਾਂ ਵਿਸ਼ਾਲ ਭਗਵਤੀ ਜਾਗਰਣ ਜੋ ਕਿ ਚਿੰਤਪੁਰੀ ਦਰਬਾਰ ਤੇ ਕੀਤਾ ਜਾ ਰਿਹਾ ਉਸ ਦੇ ਉਪਲਕਸ਼ ਵਿੱਚ ਜਵਾਲਾ ਜੀ ਤੋਂ ਜੋਤ ਲਿਆ ਕੇ ਅਸੀਂ ਅਮਰਪੁਰਾ ਵਾਰਡ ਨੰਬਰ 52 ਦੇ ਵਿੱਚ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਕੱਢ ਰਹੇ ਹਾਂ ਜੋ ਕਿ ਕਦਵਾਈ ਨਗਰ ਅਮਰਪੁਰਾ ਤੋਂ ਹੁੰਦੇ ਹੋਏ ਅਜੀਤ ਨਗਰ ਹੋ ਕੇ ਫਿਰ ਅਮਰਪੁਰਾ ਮਹਾਵੀਰ ਮੰਦਿਰ ਤੋਂ ਸਮਾਪਤੀ ਹੋਏਗੀ। ਇਸ ਮੌਕੇ ਵਿਸ਼ੇਸ਼ ਰੂਪ ਤੇ ਪ੍ਰਵੀਨ ਬਾਂਸਲ ਜੀ, ਸ਼ੋਕ ਪ੍ਰਾਸ਼ਰ ਪੱਪੀ ਜੀ, ਗੁਰਦੀਪ ਸਿੰਘ ਨੀਟੂ ਜੀ ਇੱਥੇ ਪਹੁੰਚ ਕੇ ਸਭ ਨੇ ਸ਼ਿਰਕਤ ਕੀਤੀ ਔਰ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਇੰਨਾ ਵੱਧ ਚੜ ਕੇ ਸਾਡੀ ਮਾਂ ਭਗਵਤੀ ਸੇਵਾ ਦਲ ਨੂੰ, ਮੈਨੂੰ, ਮੇਰੀ ਸਾਰੀ ਟੀਮ ਨੂੰ ਸਹਿਯੋਗ ਕਰ ਰਹੇ ਨੇ। ਮੈਂ ਇੰਨਾ ਹੀ ਕਹਿੰਦਾ ਹੋਇਆ ਜੈਕਾਰਾ ਵੀਰ बजरंगे। मैं जितेंद्र खुराना एडवोकेट माँ भक्ति सेवा दल की तरफ से 26वां विशाल भक्ति जागरण बड़ी श्रद्धा से करवाया जा रहा है। इस बार जो जागरण है वो माता के दरबार में चिंतपुरी में करवाया जा रहा है। इसी संबंध में जो माता की पवित्र ज्योति है वो ज्वाला जी से लाई गई है और आज शोभा यात्रा निकाली गई है। ये शोभा यात्रा अमरपुरा से शुरू होकर किदवाई नगर और आसपास के इलाके में होती हुई वापस अमरपुरा मंदिर महावीर मंदिर में संपन्न होगी जहां सभी श्रद्धालु सेवक बड़े अच्छे श्रद्धा से आ रहे हैं और माता का आशीर्वाद ले रहे हैं क्योंकि 2 साल जो कोरोना का रहा उस दौरान माता का जागरण नहीं करवा सके। इस बार जो है लोगों में श्रद्धालुओं में बहुत उत्साह है और सभी आ रहे हैं माता का आशीर्वाद ले रहे हैं। ਜਿਹੜਾ ਸਮਾਜ ਦੇ ਧਰਮ ਦੇ ਹਰ ਕੰਮ 'ਚ ਅੱਗੇ ਹੁੰਦਾ ਅੱਜ 26ਵਾਂ ਇਹ ਜਾਗਰਣ ਕਰਵਾ ਰਹੇ ਹਾਂ ਔਰ ਵੱਡੀ ਗੱਲ ਹੈ ਜਿਹੜਾ ਜਾਗਰਣ ਹੈ
ਮਾਂ ਚਿੰਤਪੂਰਨੀ ਦੇ ਦਰਬਾਰ ਤੇ ਜਾਗਰਣ ਕਰਵਾ ਰਹੇ ਹਾਂ। ਅੱਜ ਲੁਧਿਆਣੇ ਅੰਦਰ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਹੇ ਹਾਂ, ਜਿਹੜੀ ਜੋਤ ਮਾਂ ਭਗਵਤੀ ਦੀ ਜਵਾਲਾਮੁਖੀ ਤੋਂ ਆਈ ਹੈ, ਉਹਦੇ ਇਸ ਮਹੱਲੇ ਦੇ ਅੰਦਰ ਪੂਰਾ ਇਹ ਯਾਤਰਾ ਕੱਢਣ ਲਈ ਇਹਨਾਂ ਨੂੰ ਮੈਂ ਬਹੁਤ ਵਧਾਈ ਦਿੰਦਾ। ਖਬਰ ਲੈਂਦੇ ਹਾਂ ਮੋਗੇ ਤੋਂ। ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਨੇ। ਇੱਕ ਗਰਮੀ ਬਹੁਤ ਜ਼ਿਆਦਾ ਹੈ ਔਰ ਗਰਮੀ ਵੀ ਇਸ ਵਾਰ ਪਹਿਲਾਂ ਹੀ ਪੈ ਚੁੱਕੀ ਹੈ ਔਰ ਉੱਪਰ ਤੋਂ ਜਿਹੜੇ ਕੱਟ ਲੱਗ ਰਹੇ ਨੇ ਉਹਨਾਂ ਤੋਂ ਕਾਫੀ ਲੋਕ ਪਰੇਸ਼ਾਨ ਨੇ। ਮੋਗੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ, ਵੇਖੋ ਖਬਰ। ਸੁੰਦਰ ਲਾਲ ਸਰ, ਜਿਸ ਤਰ੍ਹਾਂ ਕਿ ਕੱਟ ਲੱਗ ਰਹੇ ਹੈ, ਕਿਵੇਂ ਲੱਗ ਰਿਹਾ ਕਿ ਹੁਣ ਜਿਵੇਂ ਪਰੇਸ਼ਾਨੀ ਦਾ ਸਾਹਮਣਾ ਆ ਰਿਹਾ, ਕੀ ਕਹਿਣਾ ਚਾਹੋਗੇ? ਕੱਟ ਲੱਗ ਰਹੇ ਤੁਹਾਡੇ ਸਾਹਮਣੇ, ਦੁਕਾਨੋਂ ਬਾਹਰ ਬੈਠੇ ਆ, ਕੋਈ ਹਾਲ ਨਹੀਂਗਾ। ਗਾਹਕ ਦੀ ਇੰਤਜ਼ਾਰ ਕਰਦੇ ਆ ਤੇ ਗਾਹਕ ਹੈ ਨਹੀਂਗਾ। ਗਾਹਕ ਵੀ ਉਸ ਵੇਲੇ ਚਾਹੀਦਾ ਜੇ ਨਾਗਲੇ ਬਿਜਲੀ ਦੇ ਕੱਟ ਲੱਗਣ ਕਰਕੇ ਗਾਹਕ ਵੀ ਨਹੀਂ ਆ ਰਿਹਾ। ਕਿੰਨਾ ਕੁ ਟਾਈਮ ਹੋ ਗਿਆ ਲਾਈਟ ਗਈ ਨੂੰ? 2.5 ਘੰਟੇ ਤੋਂ ਉੱਤੇ ਹੋ ਗਿਆ। ਕਿੰਨੇ ਦਿਨਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਆ ਰਿਹਾ? ਇਹ ਹੋ ਗਏ ਕਾਫੀ 10-15 ਦਿਨਾਂ ਤੋਂ ਆ। ਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ? ਪੰਜਾਬ ਸਰਕਾਰ ਨੂੰ ਕਹਿੰਦੇ ਕਿ ਕੱਟਾਂ ਤੋਂ ਸਾਨੂੰ ਛੁਟਕਾਰਾ ਪਾਇਆ ਜਾਵੇ। ਹੋਰ ਇਹ ਹੀ ਹੈ ਸਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਲਾਈਟ ਗਈ ਹੋਈ ਹੈ। ਹਾਂਜੀ ਔਰ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਹੋ ਰਿਹਾ ਜੀ? ਬਹੁਤ ਮੁਸ਼ਕਿਲ ਹੋ ਰਹੀ ਹੈ ਜੀ। ਆਪ ਹੀ ਬਣਾ ਔਖਾ ਹੋ ਰਿਹਾ, ਕਸਟਮਰ ਵੀ ਨਹੀਂ ਆ ਰਿਹਾ, ਕਿ ਆਂਦਾ ਤਾਂ ਵਾਪਸ ਮੁੜ ਜਾਂਦਾ ਜੀ, ਕੋਈ ਸਮਾਨ ਨਹੀਂ ਲੈ ਕੇ ਜਾਂਦਾ। ਇੱਕ ਤਾਂ ਲਾਈਟ ਹੈ ਨਹੀਂ, ਇੱਕ ਪੱਖਾ ਵਗੈਰਾ ਨਹੀਂ ਚੱਲ ਰਿਹਾ ਕੋਈ ਜੀ। ਦਿਨ ਦੇ ਵਿੱਚ ਕਿੰਨੇ ਕੁ ਘੰਟੇ ਲਾਈਟ ਰਹਿੰਦੀ ਹੈ ਔਰ ਕਿੰਨੇ ਦਿਨਾਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ? 5-7 ਦਿਨਾਂ ਤੋਂ ਜ਼ਿਆਦਾ ਜਾ ਰਹੀ ਹੈ ਜੀ। ਤੇ ਕਿੰਨੇ ਘੰਟੇ ਲਾਈਟ ਰਹਿੰਦੀ ਹੈ ਇੱਥੇ? ਜਿਵੇਂ ਤੁਸੀਂ ਸਵੇਰ 9-10 ਵਜੇ ਦੁਕਾਨ ਖੋਲਦੇ ਹੋ, ਸ਼ਾਮ ਨੂੰ 3-4 ਘੰਟੇ ਦਾ ਲਾਈਟ ਕੱਟ ਰਹਿੰਦਾ ਜੀ। ਤੇ ਫਿਰ ਜਿਵੇਂ ਲਾਈਟ ਇੱਥੇ ਹੁੰਦੀ ਹੈ ਤੇ ਕਸਟਮਰ ਆਂਦਾ, ਫਿਰ ਕਿੰਨੀ ਕੁ ਮੁਸ਼ਕਲ? ਬਹੁਤ ਮੁਸ਼ਕਿਲ ਹੁੰਦੀ ਹੈ ਜੀ। ਕਹਿੰਦਾ ਕਸਟਮਰ ਨੂੰ ਵੀ ਮਤਲਬ ਬਹਿਣਾ ਬਗੈਰ ਪੱਖੇ ਤੋਂ ਔਖਾ ਹੋ ਜਾਂਦਾ ਕਸਟਮਰ ਨੂੰ ਵੀ ਤੇ ਆਪ ਨੂੰ ਵੀ। ਕੀ ਸਰ, ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ? ਵੀ ਲਾਈਟ ਦਾ ਸੁਚਾਰੂ ਰੂਪ ਤਾਂ ਦੇਣੀ ਚਾਹੀਦੀ ਹੈ। ਕਹਿੰਦਾ ਦੁਕਾਨਦਾਰੀ ਸਾਰੀ ਖਰਾਬ ਹੋ ਜਾਂਦੀ ਲਾਈਟ ਨਾ ਆਉਣ ਕਰਕੇ। ਤੇ ਜਿਸ ਤਰ੍ਹਾਂ ਕਿ ਹੁਣ ਕਾਫੀ ਦਿਨਾਂ ਤੋਂ ਜਿਹੜੀ ਮੁਸ਼ਕਲ ਆ ਰਹੀ ਹੈ, ਹੁਣ ਆਉਣ ਵਾਲਾ ਝੋਨੇ ਦਾ ਸੀਜ਼ਨ ਆ, ਹੋ ਸਕਦਾ ਮੁਸ਼ਕਲ ਥੋੜੀ ਹੋਰ ਵਧੇ, ਫਿਰ ਲੱਗਦਾ ਨਹੀਂ ਅੱਗੇ ਦਿੱਕਤ ਆਊਗੀ? ਨਹੀਂ, ਗੌਰਮੈਂਟ ਨੂੰ ਚਾਹੀਦਾ ਵੀ ਇਹ ਸੁਧਾਰ ਕਰੇ ਆਪਦਾ। ਕਹਿਣਾ ਮਤਲਬ ਦੁਕਾਨਦਾਰਾਂ ਦਾ ਵੀ ਸੋਚੇ, ਕਹਿੰਦਾ ਮਤਲਬ ਦੁਕਾਨਦਾਰੀਆਂ ਸਾਰੀਆਂ ਖਰਾਬ ਹੋ ਜਾਂਦੀ ਲਾਈਟ ਨਾ ਆਉਣ ਕਰਕੇ। ਖਬਰ ਲੈਂਦੇ ਹਾਂ ਸ਼੍ਰੀ ਮੁਕਤਸਰ ਸਾਹਿਬ ਤੋਂ। ਅਕਾਲੀ ਆਗੂ ਦੇ ਖੇਤਾਂ ਨੂੰ ਅੱਗ ਲੱਗ ਚੁੱਕੀ ਹੈ, ਕਾਫੀ ਨੁਕਸਾਨ ਹੋਇਆ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਬੜੇ ਆਗੂ ਨੇ ਜਿਨ੍ਹਾਂ ਦੇ ਖੇਤਾਂ ਨੂੰ ਅੱਗ ਨੇ ਘੇਰਿਆ ਹੈ, ਇਹ ਜਾਣਨ ਵਾਸਤੇ ਆਪਾਂ ਵੇਖਦੇ ਹਾਂ ਪੂਰੀ ਖਬਰ। ਬਾਈ ਜੀ, ਮੈਂ ਐਜ਼ ਏ ਪੋਲੀਟੀਕਲ ਲੀਡਰ ਨਹੀਂ, ਮੈਂ ਤਾਂ ਆਪਦੇ ਖੇਤ ਆਇਆ। ਬੜੀ ਮੰਦਭਾਗੀ ਘਟਨਾ ਹੋਈ ਅੱਜ। ਪਤਾ ਨਹੀਂ ਕਿਹਦੀ ਗਲਤੀ ਨਾਲ ਇਹ ਅੱਗ ਲੱਗੀ ਆ, ਪਿੱਛੋਂ ਕਿਸੇ ਨੇ ਲਗਾਈ ਆ ਜਾਂ ਕੋਈ ਰਾਹਗੀਰ ਵੱਲੋਂ ਹੀ ਕੋਈ ਇਹ ਸ਼ਰਾਰਤ ਕੀਤੀ ਗਈ ਹੈ। ਮੇਰੇ ਖੁਦ ਦੇ 60 ਏਕੜ ਜ਼ਮੀਨ ਜਿਹੜੀ ਬਿਲਕੁਲ ਮੁਕਤਸਰ ਸ਼ਹਿਰ ਦੇ ਨਾਲ ਆ, ਮੁਕਤਸਰ ਸਿਟੀ ਦੇ ਵਿੱਚ ਪੈਂਦੀ ਆ। 60 ਏਕੜ ਜਿਹੜਾ ਮੇਰਾ ਨਾੜ ਸੀਗਾ ਕਣਕ ਦਾ, ਤੂੜੀ ਬਣਾਉਣ ਵਾਲੀ ਰਹਿੰਦੀ ਸੀ, ਉਹ ਸੜ ਗਿਆ। ਔਰ 15 ਤੋਂ ਲੈ ਕੇ 25 ਬੂਟਿਆਂ ਦੇ ਵਿੱਚ ਮੇਰੇ ਜਿਹੜੇ ਕਿੰਨੂ ਦਾ ਬਾਗ ਆ, ਉਹ ਬਿਲਕੁਲ ਖਤਮ ਹੋ ਗਿਆ। ਉਹ ਬੂਟੇ ਆ ਜਿਹੜੇ, ਕਿਉਂਕਿ ਤੁਹਾਨੂੰ ਪਤਾ ਜਿਹੜੇ ਕਿੰਨੂ ਦਾ ਬੂਟਾ ਹੈ ਇਹ 5 ਸਾਲਾਂ 'ਚ ਤਿਆਰ ਹੁੰਦਾ ਹੈ ਔਰ ਲੱਖਾਂ ਰੁਪਇਆ ਦਾ ਮੇਰਾ ਨੁਕਸਾਨ ਹੋਇਆ। ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਹਨੇ ਨੁਕਸਾਨ ਕੀਤਾ ਜੀ। ਜਿਹੜੇ ਮੌਜੂਦ ਬੰਦੇ ਸੀ ਇੱਥੇ, ਉਹਨਾਂ ਨੇ ਇਹੀ ਕਿਹਾ ਕਿ ਪਿੱਛੋਂ ਆਈ ਅੱਗ। ਹੁਣ ਪਿੱਛੋਂ ਇਹ ਪਤਾ ਨਹੀਂ ਕਿਸੇ ਨੇ ਕੋਈ ਆਪਦਾ ਕੋਈ ਜਿਹੜੀ ਕਟਾਈ ਕੀਤੀ ਹੋਈ ਸੀਗੀ ਔਰ ਤੂੜੀ ਵੀ ਕੱਢੀ ਵੀ ਸੀ, ਉਹ ਨਾੜ ਨੂੰ ਅੱਗ ਲਾਈ ਆ, ਜਾਂ ਕੋਈ ਰਾਹਗੀਰ ਤੁਰੇ ਜਾਂਦੇ ਨੇ, ਕੋਈ ਬੀੜੀ ਸਿਗਰਟ ਪੀਣ ਵਾਲੇ ਤੋਂ ਲੱਗੀ ਆ। ਇਹ ਪਰਮਾਤਮਾ ਜਾਣਦਾ ਜੀ, ਪਰ ਮੇਰਾ ਨੁਕਸਾਨ ਹੋ ਗਿਆ। ਪੂਰੇ 60 ਏਕੜ ਆ ਜਿਹੜੇ ਤੁਸੀਂ ਦੇਖ ਰਹੇ ਹੋ, ਪੂਰੀ ਤਰ੍ਹਾਂ ਤਬਾਹ ਹੋ ਗਏ। 1 ਇੰਚ ਨਹੀਂ ਬਚਿਆ। ਜਦੋਂ ਤੱਕ ਫਾਇਰ ਬ੍ਰਿਗੇਡ ਆਈ, ਸਾਰੇ ਖੇਤ ਦੇ ਵਿੱਚ ਅੱਗ ਦੀਆਂ ਲਪਟਾਂ ਨੇ ਉਹਨੂੰ ਆਪਦੇ ਵਿੱਚ ਘੇਰ ਲਿਆ ਸੀ। ਤੇ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਹੁਣ? ਪ੍ਰਸ਼ਾਸਨ ਤੋਂ ਮੰਗ ਹੈ ਇਹਦੀ ਗਰਦੌਰੀ ਕਰਾ ਕੇ, ਇਕੱਲਾ ਮੇਰਾ ਹੀ ਨਹੀਂ, ਇਸ ਵਾਰ ਬੜੇ ਸਾਡੇ ਕਿਸਾਨ ਭਰਾਵਾਂ ਦੇ ਕਣਕਾਂ ਦਾ ਵੀ ਨੁਕਸਾਨ ਹੋਇਆ, ਜਿਨ੍ਹਾਂ ਨੂੰ ਅੱਗ ਲੱਗੀ ਆ। ਕਣਕ ਦੇ ਨਾੜ ਨੂੰ ਵੀ ਅੱਗ ਲੱਗੀ ਆ, ਕਿਉਂਕਿ ਤੂੜੀ ਬੜੀ ਮਹਿੰਗੀ ਹੋ ਗਈ ਆ। ਜੇ ਕਣਕ 2000 ਰੁਪਏ ਤਕਰੀਬਨ ਕੁਆਂਟਲ ਦਾ ਰੇਟ ਆ, ਤੇ ਤੂੜੀ ਦਾ ਵੀ 900 ਰੁਪਏ ਕੁਆਂਟਲ ਦੇ ਕਰੀਬ ਰੇਟ ਆ। ਸੋ ਹਰ ਏਕੜ ਦੇ ਵਿੱਚ 5000 ਕਰੀਬ ਦਾ ਨੁਕਸਾਨ ਆ। ਔਰ 60 ਏਕੜ ਮੇਰੀ ਜ਼ਮੀਨ ਜਿਹੜੀ ਸੀਗੀ ਉਹਨੂੰ ਅੱਗ ਦੀ ਲਪੇਟ 'ਚ ਆਈ ਆ। ਔਰ 15 ਬੂਟੇ ਜਿਹੜੇ ਆ ਉਹ ਬਾਗ ਦੇ ਬਿਲਕੁਲ ਖਰਾਬ ਹੋ ਗਏ। 20-25 ਬੂਟੇ ਜਿਹੜੇ ਉਹ ਅੱਧ ਝੁਲਸੇ ਹੋ ਗਏ ਆ। ਔਰ ਖੇਤ ਦੇ ਵਿੱਚ ਜਿੰਨੇ ਕੋਈ ਟਾਹਲੀਆਂ, ਕਿੱਕਰ, ਨਿੰਮਾਂ ਸੀ, ਉਹ ਸਾਰੀਆਂ ਨੂੰ ਅੱਗ ਲੱਗ ਕੇ ਖਰਾਬ ਹੋ ਗਈ। ਖਬਰ ਲੈਂਦੇ ਸੰਗਰੂਰ ਤੋਂ। ਬਿਜਲੀ ਦੇ ਕੱਟਾਂ ਤੋਂ ਜਿੱਥੇ ਪੂਰਾ ਪੰਜਾਬ ਜੂਝ ਰਿਹਾ ਹੈ, ਉੱਥੇ ਸੰਗਰੂਰ ਡਿਸਟ੍ਰਿਕਟ ਸੰਗਰੂਰ ਜਿਹੜਾ ਕਿ ਭਗਵੰਤ ਮਾਨ ਦਾ ਆਪਣਾ ਡਿਸਟ੍ਰਿਕਟ ਹੈ, ਆਪਣਾ ਲੋਕ ਸਭਾ ਦਾ ਹਲਕਾ ਹੈ ਔਰ ਉਸ ਹਲਕੇ ਦੇ ਵਿੱਚ ਵੀ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਨੇ। ਵੇਖੋ ਖਬਰ। ਲਾਈਟ ਦਾ ਸੀ ਮਤਲਬ ਲਾਈਟ ਵਾਸਤੇ ਅੱਜ ਤੋਂ 10-12 ਦਿਨਾਂ ਦੇ ਫਿਰਦੇ ਤੇ ਇਹਨਾਂ ਦੇ ਪਿੱਛੇ
ਐਕਸੀਅਨ ਸਾਹਿਬ ਦੇ ਦਫ਼ਤਰ ਵੀ ਗੇੜੇ ਮਾਰ ਥੱਕ ਗਿਆ, ਐਸਡੀਓ ਸਾਹਿਬ ਦੇ। ਫਿਰ ਅੱਜ 7ਵੀਂ ਵਾਰ ਇਹਨਾਂ ਦੇ ਦਫ਼ਤਰ ਆਇਆ। ਇਹ ਇੱਥੋਂ ਸਾਨੂੰ ਲਾਰਾ ਲਾ ਕੇ ਮੋੜ ਦਿੰਦੇ ਨੇ ਵੀ ਤੁਸੀਂ ਜਾਓ, ਲਾਈਟ ਆਉਂਦੀ ਆ। 5 ਦਿਨ ਹੋ ਗਏ ਸਾਡੇ ਫੀਡਰਾਂ ਤੇ, ਉਹ ਐਸਡੀਓ ਸਾਹਿਬ ਖੜੇ ਨੇ, ਉਹਨਾਂ ਨੂੰ ਪੁੱਛ ਲਓ। ਇਹੋ ਜਿਹੇ ਫੀਡਰ ਨੇ ਜਿਹੜਿਆਂ ਤੇ 5 ਦਿਨ ਲਾਈਟ ਨਹੀਂ ਆਈ। ਸਾਡੇ ਖੇਤਾਂ ਦਾ ਹਾਲ ਜਾ ਕੇ ਦੇਖੋ, ਐਸਡੀਓ ਨੂੰ ਭੇਜੋ, ਬਿਜਲੀ ਬੋਰਡ ਨੂੰ ਨਾਲ। ਜੇ ਉਹ ਐਸਡੀਓ ਨਾ ਕਹੇ ਨਾ ਵੀ ਕਿਸਾਨ ਨਾ ਮਰੇ, ਮੈਂ ਮਰਦਾ, ਵੀ ਆਹ ਹਾਲਾ ਹੋ ਗਿਆ ਤੁਹਾਡਾ 5 ਸਾਲਾਂ 'ਚ। ਸਾਡੀ ਮੱਕੀ ਦੀ ਫਸਲ ਦੇਖੋ ਜਾ ਕੇ, ਮੱਕੀ ਦੇ ਖੇਤ ਮੰਨ ਲਓ ਸਾਫ਼ ਹੋ ਗਏ, ਸੁੱਕ ਕੇ ਐਡੇ ਬਰਬਾਦ ਹੋ ਗਏ। ਅੱਜ ਸਾਨੂੰ ਸੇਕੜ ਜਦ ਕੋਈ ਨਾ ਰਾਹ ਮਿਲਿਆ, ਸਾਰਾ ਸਿਸਟਮ ਦੇ ਕੇ ਤਾਂ ਬੈਠਣਾ ਪਿਆ ਜੋਰੇ। ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ ਭਰਾਵਾ। ਇਹਨਾਂ ਨੇ ਸਾਨੂੰ ਬਹੁਤ ਲਾਰੇ ਲਾਏ ਤੇ ਸਾਨੂੰ ਕਹਿੰਦੇ ਵੀ ਖੇਤੀ ਵਿਭਿੰਨਤਾ ਕਰੋ। ਮੈਂ ਤੈਨੂੰ ਖੁਦ ਆਪਦੀ ਗੱਲ ਦੱਸਦਾ, ਮੈਂ 33 ਵਿਘਿਆਂ 'ਚ ਖੇਤੀ ਕਰਦਾ, ਜਿਹਦੇ ਵਿੱਚ ਮੈਂ ਸਾਰੀ ਮੱਕੀ ਬੀਜੀ ਹੈ ਤੇ ਬਾਕੀ ਕੁਝ ਮੂੰਗੀ ਬੀਜੀ ਹੈ। ਮੈਂ ਇੱਕ ਵਿਸਵਾ ਵੀ ਪੂਸਾ ਜੀਰੀ ਵਾਸਤੇ ਨਹੀਂ ਰੱਖਿਆ ਵੀ ਚਲੋ ਆਪਾਂ ਸਰਕਾਰ ਦਾ ਸਾਥ ਦਈਏ। ਪਰ ਇਹਨਾਂ ਨੇ ਸਾਡਾ ਉਹ ਜਲੂਸ ਕੱਢਤਾ। ਜੇ ਤੁਸੀਂ ਸਾਡੇ ਖੇਤ ਜਾ ਕੇ ਦੇਖੋ, ਜਿਵੇਂ ਪ੍ਰਧਾਨ ਜੀ ਕਹਿ ਕੇ ਹਟਦੇ, ਤੁਸੀਂ ਕਹੋਗੇ ਵੀ ਅਸੀਂ ਫਾਂ ਲੈ ਕੇ ਮਰਦੇ, ਯਾਰ ਤੁਸੀਂ ਨਾ ਮਰੋ। ਫਸਲ ਨੂੰ ਦੇਖ ਕੇ ਹਰ ਇੱਕ ਬੰਦਾ ਜੀ ਕਰਦਾ। ਅਸੀਂ ਅੱਜ ਮਜਬੂਰ ਹੋ ਕੇ ਇਹਨਾਂ ਨਾਲ ਪਹਿਲਾਂ 10 ਵਾਰੀ ਫੋਨ ਤੇ ਰਾਬਤਾ ਕਰਿਆ ਤੇ ਦਫ਼ਤਰ ਆਉਂਦੇ ਰਹੇ। ਜਦੋਂ ਸਾਨੂੰ ਕੋਈ ਨਾ ਵਿਸ਼ਵਾਸ ਮਿਲਿਆ, ਜਿਹੜਾ ਐਸਡੀਓ ਸਾਹਿਬ ਆ ਹੁਣ ਉਰੇ ਆ ਕੇ ਖੜਾ ਨਾ, ਸਾਨੂੰ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ। ਇਹ ਸਾਨੂੰ ਕਹਿੰਦਾ ਵੀ ਮੇਰੇ ਤਾਂ ਬੱਸ ਇਖਤਿਆਰ ਹੀ ਨਹੀਂ ਲਾਇਕਸਨ ਤੋਂ। ਕਹਿੰਦੇ ਲਾਈਟ ਤਾਂ ਉੱਪਰਲਿਆਂ ਦੇ ਇਖਤਿਆਰ ਹੈ। ਆ ਹੁਣ ਪਰ ਪਤਾ ਨਹੀਂ ਸਾਡੇ ਨਾਲ ਕੀ ਇਹਨਾਂ ਕੋਲੇ ਪਾਵਰ ਆ ਗਈ, ਸਾਨੂੰ ਕਹਿੰਦੇ ਆ ਕੇ ਗੱਲ ਕਰੋ। ਪਰ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਜਿੰਨਾ ਚਿਰ ਸਾਡੀਆਂ ਖੇਤਾਂ ਦੀਆਂ ਲਾਈਟਾਂ ਪ੍ਰੋਪਰ ਠੀਕ ਢੰਗ ਨਾਲ ਚੱਲਦੀਆਂ ਨਹੀਂ। ਪਿੰਡਾਂ ਵਾਲੀ ਲਾਈਟ ਸਹੀ ਨਹੀਂ ਚੱਲਦੀ, ਨਿੱਕੇ ਜਵਾਕ ਤੜਫਦੇ ਨੇ। ਜਿਹੜੇ ਸਾਡੇ ਇਨਵਰਟਰਾਂ ਨੇ ਸਾਲ ਲਾਉਣਾ ਸੀ, ਇਹਨਾਂ ਨੇ ਖਤਮ ਕਰਕੇ ਉਹਨਾਂ ਦੀ ਮਿਆਦ ਖਤਮ ਕਰਤੀ। ਇੰਨਾ ਆਰਥਿਕ ਪੱਖੋਂ ਤੋੜਤਾ ਜ਼ਿਮੀਂਦਾਰ ਨੂੰ, ਲੋਕਾਂ ਨੂੰ। ਇਹਨਾਂ ਨੇ ਬਸ ਦੱਸਣ ਪੁੱਛਣ ਤੋਂ ਬਾਹਰ ਹੈ ਗੱਲ। ਹੁਣ ਅਗਲਾ ਸੰਘਰਸ਼ ਕੀ ਹੋਏਗਾ? ਅਗਲਾ ਸੰਘਰਸ਼ ਸਾਡਾ ਉਰੇ ਧਰਨਾ, ਜਿੰਨਾ ਚਿਰ ਸਾਡਾ ਕੋਈ ਫਾਈਨਲ ਨਹੀਂ ਹੁੰਦਾ, ਜਾਰੀ ਰਹੂਗਾ। ਜਦੋਂ ਸਾਡੀ ਨਾਪਰੀ ਪਿੰਡਾਂ ਦੇ ਵਿੱਚੋਂ ਆ ਗਈ, ਹੋ ਸਕਦਾ ਸਾਨੂੰ ਕੋਈ ਵੱਡਾ ਰੋਡ ਘੇਰਨਾ ਪੈ ਜੇ ਜਾਂ ਸਾਨੂੰ ਕੋਈ ਹੋਰ ਐਕਸ਼ਨ ਲੈਣਾ ਪੈ ਜੇ। ਜਿਹੜੀ ਸਾਡੀ ਪੰਜੇ ਜਥੇਬੰਦੀਆਂ ਦੀ ਕੋਈ ਰਾਏ ਬਣੂਗੀ, ਉਹਦੇ ਤੌਰ ਤੇ ਅਸੀਂ ਅਗਲਾ ਸੰਘਰਸ਼ ਵਿੱਢਾਂਗੇ। ਜਦੋਂ ਸਰਕਾਰ ਐਂ ਮੁੱਕ ਰਹੀ ਹੈ ਜੀ, ਇਹ ਤਾਂ ਹੁਣ ਬਹੁਤ ਕੁਝ ਕਹਿੰਦੇ। ਸਾਨੂੰ 4 ਦਿਨ ਪਹਿਲਾਂ ਦਫ਼ਤਰ 'ਚੋਂ ਵਿਸ਼ਵਾਸ ਦਿਵਾਇਆ ਗਿਆ ਸੀ ਵੀ 4 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪ੍ਰੋਪਰ ਲਾਈਟ ਸਹੀ ਢੰਗ ਨਾਲ ਚੱਲੂਗੀ। 8-8 ਘੰਟੇ ਖੇਤਾਂ 'ਚ ਲਾਈਟ ਦਿੱਤੀ ਜਾਊ, 24 ਘੰਟਿਆਂ ਨੂੰ ਕੋਈ ਕੱਟ ਨਹੀਂ ਲੱਗੂ। ਪਰ ਉਹ ਸਿਰਫ ਇੱਕ ਲਾਰੀ ਰਹਿ ਗਏ ਪਹਿਲੀਆਂ ਸਰਕਾਰਾਂ ਵਾਂਗੂ, ਨਾ ਕਿ ਕੋਈ ਵਿਸ਼ਵਾਸ ਵਾਲੀ ਗੱਲ ਹੋਈ ਹੈ। ਉਸ ਕਰਕੇ ਅਸੀਂ ਅੱਜ ਅੱਕ ਕੇ 2 ਵਜੇ ਮੀਟਿੰਗ ਕਰੀ ਰਾਮਬਾਗ ਦੇ ਵਿੱਚ। ਉੱਥੋਂ ਅਸੀਂ ਤੁਰੰਤ ਫੈਸਲਾ ਲੈ ਕੇ ਇਹਨਾਂ ਦਾ ਗੇਟ ਘੇਰਿਆ। ਹੁਣ ਅਸੀਂ ਇਹ ਗੇਟ ਉਹਨਾਂ ਚਿਰ ਨਹੀਂ ਛੱਡਦੇ ਜਿੰਨਾ ਚਿਰ ਸਾਡੇ ਨਾਲ ਇਹ ਪ੍ਰੋਪਰ ਤਰੀਕੇ ਨਾਲ ਇੱਥੇ ਕੋਈ ਗੱਲ ਨਹੀਂ ਕਰਦੇ ਜੀ। ਆਪਾਂ ਵਾਅਦਾ ਕਰਿਆ ਸੀ ਪਹਿਲਾਂ ਇਹਨਾਂ ਦੇ ਵੋਟਾਂ ਤੋਂ, ਇਲੈਕਸ਼ਨ ਤੋਂ ਪਹਿਲਾਂ, ਉਹਨਾਂ ਦੇ ਵਿੱਚੋਂ 1% ਵੀ ਮਨ ਪੂਰਾ ਨਹੀਂ ਹੋ ਰਿਹਾ। ਬੁਰਾ ਹਾਲ ਹੋਇਆ ਪਿਆ ਖੇਤੀ ਦਾ ਵੀ। ਸਾਨੂੰ ਹੁਣ ਬੀਜ ਦਿੱਤੇ ਨੇ, ਇੱਕ ਮੂੰਗੀ ਬੀਜ ਲਓ, ਜੰਤਰ ਲਾਓ, ਮੱਕੀ ਬੀਜ ਲਓ। ਬੀਜ ਸਾਡੇ ਲਿਆ ਕੇ ਰੱਖੇ ਪਏ ਨੇ, ਸੱਤ ਦੇ ਲਾਉਣੀ ਹੋਊਗੀ ਤਾਂ ਉਹ ਫਸਲ ਹੋਊਗੀ, ਬੀਜੀ ਜਾਊਗੀ। ਉਹ ਬੀਜ ਸਾਡੇ ਲਈ ਲਾ ਕੇ ਪੈਸੇ ਘਰੇ ਰੱਖੇ ਪਏ ਨੇ। ਰਾਤ ਨੂੰ ਪਿੰਡ ਦਾ ਕੱਟ 2-2 ਘੰਟੇ ਸਾਰੀ ਲਾਈਟ ਆਉਂਦੀ, ਸਾਰੇ ਰਾਤ ਵਿੱਚ। ਬੁਰਾ ਹਾਲ ਹੋਇਆ ਪਿਆ ਪਾਣੀ ਕਿੰਨਿਓ ਵੀ ਬਹੁਤ ਔਖੇ। ਅਗਲਾ ਸੰਘਰਸ਼ ਕੀ ਹੋਏਗਾ? ਅਗਲਾ ਸੰਘਰਸ਼ ਸਾਡਾ ਜਿਵੇਂ ਹੁਣ ਪਿੰਡਾਂ ਦੇ ਵਿੱਚੋਂ ਸਾਡੇ ਸੱਦੇ ਹੋਏ ਨੇ ਯੂਨੀਅਨ ਦੇ, ਮੈਂ ਕਾਦੀਆਂ ਵੱਲੋਂ ਆਗਾ। ਜਿਸ ਤਰ੍ਹਾਂ ਆਪਣੇ 6 ਜਥੇਬੰਦੀਆਂ ਦਾ ਫੈਸਲਾ ਹੋਊਗਾ, ਜਾਂ ਕੋਈ ਵੱਡਾ ਰੋਡ ਘੇਰਨ ਦਾ ਜਾਂ ਅੱਗੇ ਕੋਈ, ਉਸ ਹਿਸਾਬ ਨਾਲ ਅਸੀਂ ਉਹ ਕਰਾਂਗੇ ਮੀਟਿੰਗ ਕਰਕੇ। ਦੁਬਾਰਾ ਉਹ ਤਾਂ ਚਾਹੁੰਦੇ ਤਾਂ ਹੀ ਇਹਨਾਂ ਨੂੰ ਉਹ ਜਿੱਤਿਆਏ ਤੇ ਵੀ ਕੋਈ ਫਰਕ ਪਊ। ਇਹ ਤਾਂ ਬਦਲਾਓ ਤੇ ਵੀ ਬੁਰਾ ਹਾਲ ਕਰਤਾ। ਇੰਨਾ ਦਾ ਕਦੇ ਜਾ ਕੇ ਤੇ ਤੁਸੀਂ ਖੇਤਾਂ ਦੇਖੋ, ਹਰੇ ਚਾਰੇ ਕਿੱਥੇ ਤਾਂ ਟਹਿ ਕਰ ਦਿੰਦੇ, ਕਿੱਥੇ ਮੱਚੇ ਪਏ ਨੇ ਜਮਾ ਹਰੇ ਚਾਰੇ। ਪਸ਼ੂਆਂ ਦਾ ਉਦੋਂ ਹਰਾ ਚਾਰਾ ਨੇ ਕੋਈ ਹੈਗਾ, ਬਹੁਤ ਬੁਰਾ ਹਾਲ ਹੋਇਆ ਪਿਆ ਜੀ। ਸਮੇਂ ਦੇ ਦੌਰਾਨ ਥੋੜੀ ਆਪਣੀ ਬਿਜਲੀ ਦੇ ਜਿਹੜੇ ਪਾਵਰ ਪਲਾਂਟ ਨੇ ਉੱਥੇ ਦਿੱਕਤ ਆ ਗਈ ਸੀ, ਠੀਕ ਹੈ ਜੀ, ਜਿਹਦੇ ਕਰਕੇ ਇਹ ਦਿੱਕਤ ਆਈ ਹੈ ਸਾਰਿਆਂ ਨੂੰ, ਆਪਾਂ ਨੇ ਵੀ ਲੋਕਾਂ ਨੇ ਫੇਸ ਕਰੀ ਹੈ। ਹੁਣ ਉਹ ਆਪਣੀ ਜਿਹੜੀ ਪ੍ਰੋਬਲਮ ਹੈ ਦੂਰ ਹੋ ਗਈ ਹੈ। ਪਾਵਰ ਪਲਾਂਟ ਨੇ ਜਿਹੜੇ ਉੱਥੇ ਆਪਣੇ ਬੋਇਲਰ ਖਰਾਬ ਹੋਏ ਸੀ ਉਹ ਠੀਕ ਹੋ ਗਏ ਨੇ। ਇਸ ਕਰਕੇ ਸਪਲਾਈ ਹੈ ਜਿਹੜੀ ਹੁਣ ਨਾਰਮਲ ਹੋ ਗਈ ਹੈ। ਸਪਲਾਈ ਜਿਹੜੀ ਦਿੱਤੀ ਜਾ ਰਹੀ ਹੈ ਹੁਣ ਗ੍ਰਿਡਾਂ ਤੋਂ ਦੇ ਦਿੱਤੀ ਆ। ਕੋਲੇ ਨੂੰ ਲੈ ਕੇ ਜਿਹੜਾ ਮਸਲਾ ਵੀ ਕੋਲੇ ਦਾ ਜਿਹੜਾ ਮੇਨ ਮਸਲਾ ਉਹ ਤਾਂ ਹਜੇ ਬਣਿਆ ਹੋਇਆ ਆਪਾਂ ਕਹੀਏ, ਪਰ ਸਪਲਾਈ ਜਿਹੜੀ ਆਪਾਂ ਨੂੰ ਇਸ ਸਮੇਂ ਦਿੱਕਤ ਆਈ ਸੀ ਉਹ ਇਹ ਆਈ ਸੀ ਵੀ ਆਪਣੇ ਬੋਇਲਰਾਂ ਦੀ ਦਿੱਕਤ ਆ ਗਈ ਸੀ ਪਾਵਰ ਪਲਾਂਟਾਂ ਦੇ ਵਿੱਚ। ਹਾਂਜੀ ਹਾਂ, ਬਿਜਲੀ ਉਹ ਸਪਲਾਈ ਸਾਰੀ ਰੀਸਟੋਰ ਹੋ ਗਈ ਹੈ। ਮੈਂ ਇਹਨਾਂ ਨਾਲ ਗੱਲ ਕਰ ਦੇਣਾ ਹੁਣ ਵੀ ਜਿਹੜੀ ਸਪਲਾਈ ਆ ਹੁਣ ਕਿਸੇ ਦੀ ਪੈਂਡਿੰਗ ਨਹੀਂ ਹੈਗੀ, ਸਾਰੇ ਠੀਕ ਹੋ ਗਈ ਸਾਰੇ ਗ੍ਰਿਡਾਂ ਦੀ। ਨਹੀਂ ਹੈਗੀ ਪਾਵਰ ਪਲਾਂਟ ਦੀ ਨਹੀਂ ਦਿੱਕਤ ਆਈ, ਪਹਿਲਾਂ ਕੋਲੇ ਕਰਕੇ ਆ ਰਹੀ ਹੈ, ਜਿਹੜੀ ਮੇਜਰ ਹੈ ਕੋਲੇ ਕਰਕੇ ਆ ਰਹੀ ਹੈ। ਉਹ ਪਾਵਰ ਪਲਾਂਟ ਦੀ ਹੁਣੀ ਦਿੱਕਤ ਆਈ ਸੀ, ਉਹਦੇ ਕਰਕੇ ਜ਼ਿਆਦਾ ਇਹ ਆਈ ਹੈ ਵੀ ਲਗਾਤਾਰ ਹੀ ਸਪਲਾਈ ਨਹੀਂ ਮਿਲ ਰਹੀ ਸੀ ਕਈ ਦਿਨਾਂ ਤੋਂ, ਪਰ ਹੁਣ ਠੀਕ ਹੋ ਗਈ ਹੈ ਸਰ। ਇਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ।
ਫ੍ਰੀ ਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਲੀਫ ਪਾਵਰ। ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।